हाँ जी बेटा, सो आप राका कोएफिशिएंट्स की गल कर रहे हैं। सो राका कोएफिशिएंट्स के कॉरेस्पॉन्डिंग अपने को रिजल्ट बनणगे, ठीक है। सो राका कोएफिशिएंट्स अपने को रिगार्डिंग रिजल्ट बन रहे हैं उन्हां दी ਆਪਾਂ डिस्कशन कर रहे हैं। ਆਪਾਂ सारे फैक्टर डिस्कस नहीं करांगे, ਆਪਾਂ सिर्फ रेलेवेंट पोर्शन ही डिस्कस करांगे। तो ਅੱਜ मैं ਤੁਹਾਨੂੰ एमके पॉल एंड रॉय निगम ਦੇ ਵਿੱਚ ਜਿਹੜਾ ਲਿਟਰੇਚਰ ਦਿੱਤਾ ਹੋਇਆ ਉਹ ਵੀ ਦਿਖਾਵਾਂਗਾ। ਸੋ J12 ਸਕੀਮ ਜਿਹੜੀ ਹੈ, ਜਦੋਂ ਉਹਨੂੰ ਉਹਦੀ ਜਿਹੜੇ ਨਿਊਮੈਰੀਕਲ ਫੈਕਟਰਸ ਜਦੋਂ ਲਿਖੇ ਜਾਂਦੇ ਆ ਉਹਨੂੰ ਆਪਾਂ ਕਿਸ ਤਰ੍ਹਾਂ ਇੰਪਲੀਮੈਂਟ ਕੀਤਾ ਜਾਂਦਾ, ਸੋ ਉਹਦੇ ਵਿੱਚ ਦਿੱਤਾ ਹੋਇਆ we can derive a relationship between Raka coefficients and the CG coefficients। ਜਿਹੜੇ CG ਕੋਐਫੀਸ਼ੀਐਂਟ ਹੈ ਉਹਨਾਂ ਨੂੰ ਉਹਦੇ ਕੋਰਸਪੋਂਡਿੰਗ ਆਪਾਂ ਰਾਕਾ ਕੋਐਫੀਸ਼ੀਐਂਟ ਦੇ ਵਿਚਕਾਰ ਜਿਹੜੇ ਰਿਲੇਸ਼ਨ ਹੈ ਉਹ ਵੀ ਆਪਾਂ ਲਿਖੇ ਹੋਏ ਆ। ਸੋ ਇਹ ਆਪਣੇ ਕੋਲ ਜਿਹੜਾ ਬਿਗਨਰ ਸਿੰਬਲਸ ਹੈਗੇ ਆ, ਸੋ ਇਹ ਵੀ ਆਪਾਂ ਲਿਖੇ ਹੋਏ ਆ। ਸੋ J12 ਐਂਡ J23 ਸਕੀਮ ਜਿਹੜੀ ਹੈ ਉਹਦੇ ਨਾਲ ਕਿਸ ਤਰ੍ਹਾਂ ਰਿਲੇਟਡ ਹੋਣਗੇ ਸੋ ਵੀ ਆਪਾਂ ਡਰਾਈਵ ਕੀਤੇ ਹੋਏ ਆ। ਸੋ ਨਿਊਮੈਰੀਕਲ ਜਿਹੜਾ ਹੈਗਾ, ਨਿਊਮੈਰੀਕਲ ਪਾਰਟ ਜਿਹੜਾ ਉਹ ਮੈਂ ਸਾਰਾ ਇਨਕਲੂਡ ਕੀਤਾ ਹੋਇਆ, ਜਿੰਨਾ ਪੋਸੀਬਲ ਸੀ ਮੈਂ ਇਹਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਰੈਲੀਵੈਂਟ ਚੀਜ਼ਾਂ ਉਹ ਮੈਂ ਡਿਸਕਸ ਕਰਾਂਗਾ ਬੇਟਾ ਇਹਦੇ ਵਿੱਚ। ਉਸ ਤੋਂ ਬਾਅਦ ਆਪਣੇ ਕੋਲ ਆ ਜਾਏਗਾ ਓਕੇ। ਸੋ ਇਸ ਕੇਸ ਦੇ ਵਿੱਚ ਕੀ ਹੋ ਜਾਏਗਾ, ਅਗਰ ਆਪਾਂ ਜਿਹੜਾ W ਸਿੰਬਲ ਹੈ, W ਸਿੰਬਲ ਨੂੰ ਅਗਰ ਆਪਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਇਸ ਕੇਸ ਵਿੱਚ ਕੀ ਆਏਗਾ, ਦੇ ਵਿਲ ਫੋਲੋ ਅਪ ਐਟ ਟੈਟਰਾਹੈਡਰਲ ਇਲਸਟ੍ਰੇਟਿੰਗ ਦੀ ਰਿਲੇਸ਼ਨਸ਼ਿਪ ਸੈਟੀਸਫਾਈਡ ਬਾਈ ਦੀ ਆਰਗੂਮੈਂਟਸ ਐਂਡ ਕੋਐਫੀਸ਼ੀਐਂਟਸ। ਸੋ ਟੈਟਰਾਹੈਡਰਨ ਜਿਹੜੀ ਹੈ ਬੇਟਾ, ਟੈਟਰਾਹੈਡਰਨ ਕੀ ਹੋ ਜਾਏਗਾ, ਤੁਹਾਡੇ ਕੋਲ ਡਿਫਰੈਂਟ ਬੇਸਿਸ ਆਉਣਗੇ। ਸੋ ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਹੋਲਡ ਅਪ ਕੀਤਾ ਜਾਂਦਾ ਹੈ। ਸੋ ਇਹਦੇ ਵਿੱਚ ਰਾਕਾ ਕੋਐਫੀਸ਼ੀਐਂਟ ਸੈਟੀਸਫਾਈ, ਹਾਂ ਉਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਰਾਕਾ ਕੋਐਫੀਸ਼ੀਐਂਟਸ ਜਿਹੜੇ ਹੈ, Raka coefficients satisfy certain symmetry relations under the 24 possible permutations of the 6 arguments which preserve 4 triangular relations. And these symmetry relations which result in at most a change in the phase are given by। सो ਤੁਹਾਡੇ ਕੋਲ ਕੀ ਹੈ ਬੇਟਾ, ABCD ਹੋ ਜਾਏਗਾ, J1 J2 ਐਂਡ J3 ਹੋ ਜਾਏਗਾ, ਸੈਕਟਰ ਵਿੱਚ J ਲਿਖਿਆ ਹੋਏਗਾ, ਉਸ ਦੇ ਕੋਰਸਪੋਂਡਿੰਗ ਤੁਹਾਡੇ ਕੋਲ J3 ਤੁਹਾਡੇ ਕੋਲ ਫਾਈਨਲ ਲਿਖਿਆ ਹੋਏਗਾ, E ਐਂਡ F ਦੇ ਕੋਰਸਪੋਂਡਿੰਗ ਜਿਹੜਾ J12 ਐਂਡ J23 ਲਿਖਿਆ ਹੋਇਆ ਸੀ ਉਹਦੇ ਵਿੱਚ ਕੋਰਸਪੋਂਡਿੰਗ ਜਿਹੜਾ W ਸਿੰਬਲ ਹੁੰਦਾ ਹੈ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਜਿਹੜੇ ਸਿਮੈਟਰੀ ਆਪਰੇਸ਼ਨ ਹੈ, ਅਗਰ ਦੋ ਐਂਗਲ ਮੋਮੈਂਟਾਂ ਨੂੰ ਆਪਾਂ ਆਪਸ ਵਿੱਚ ਐਕਸਚੇਂਜ ਕਰ ਦਈਏ ਤਾਂ ਹੋ ਸਕਦਾ ਸਾਈਨ ਪੋਜ਼ਿਟਿਵ ਆਏਗਾ ਜਾਂ ਨੈਗੇਟਿਵ ਆਏਗਾ। ਸੋ ਥੀਸ ਆਰ ਦੀ ਸਿਮੈਟਰੀ ਆਪਰੇਸ਼ਨਸ। ਜੇ ਇੱਕ ਕਾਲਮ ਨੂੰ ਆਪਾਂ ਦੂਸਰੇ ਕਾਲਮ ਨਾਲ ਰਿਪਲੇਸ ਕਰ ਦਈਏ ਤਾਂ ਕੀ ਬਣੇਗਾ, ਦੂਸਰੇ ਕਾਲਮ ਨੂੰ ਤੀਸਰੇ ਨਾਲ ਰਿਪਲੇਸ ਕਰ ਦਈਏ ਤਾਂ ਕੀ ਹੋਏਗਾ। ਸੋ ਇਹ ਸਾਰੇ ਜਿਹੜੇ ਫੈਕਟਰ ਆ ਮੈਂ ਲਿਖੇ ਹੋਏ ਆ। ਸੋ ABCD ਦੇ ਕੋਰਸਪੋਂਡਿੰਗ ਕੀ ਹੋ ਗਿਆ ਬੇਟਾ, ਜੇਕਰ ਅਗਰ ਆਪਾਂ E ਐਂਡ F ਨੂੰ ਵੀ ਆਪਾਂ ਰਿਪਲੇਸ ਕਰਦੇ ਆ, EBCF ਆ ਜਾਏਗਾ, B ਐਂਡ C ਤੋਂ ਬਾਅਦ ਜਿਹੜਾ A ਐਂਡ D ਨੂੰ E ਐਂਡ F ਦੇ ਨਾਲ ਰਿਪਲੇਸ ਕਰ ਦਈਏ ਤਾਂ ਆਪਣੇ ਕੋਲ ਕਿਹੜਾ ਫੈਕਟਰ ਆਏਗਾ। ਸੋ ਥੀਸ ਆਰ ਦੀ ਸਿਮੈਟਰੀ ਫੈਕਟਰਸ, so whether there will be a plus sign, there will be a minus sign, so these are just phase factors। simple ਆਪਾਂ ਲਿਖ ਸਕਦੇ ਹਾਂ, together with the symmetry relations which can be obtained by applying the above relations more than once। So Raka coefficients also satisfy orthogonality condition। ਜਿਹੜੇ Raka coefficients ਹੈਗੇ ਆ ਉਹਨਾਂ ਦਾ ਜਿਹੜਾ W ਫੈਕਟਰ ਹੈ ਉਹ ਜਿਹੜਾ ਸਾਰੇ ਦਾ ਸਾਰਾ ਇਹ ਤੁਹਾਡੇ ਕੋਲ orthogonality condition satisfy ਕਰੇਗਾ। ਅਗਰ ਤੁਹਾਡੇ ਕੋਲ F G ਦੇ ਬਰਾਬਰ ਹੋਏਗਾ only then you will be having a non zero result, otherwise they will be a zero number। ਠੀਕ ਹੈ ਜੀ। ਸੋ ਸਿੰਪਲ ਟਰਮ ਦੇ ਜ਼ਿਆਦਾ ਕੋਈ ਡਿਟੇਲ ਦੀ ਜਾਣ ਦੀ ਲੋੜ ਨਹੀਂ ਹੈ, ਮੈਂ ਜ਼ਿਆਦਾ ਇਹਨਾਂ ਨੂੰ ਤੁਹਾਨੂੰ ਕਨਫਿਊਜ਼ ਨਹੀਂ ਕਰ ਰਿਹਾ ਇਸ ਚੀਜ਼ ਦੇ ਕੋਰਸਪੋਂਡਿੰਗ। ਉਸ ਤੋਂ ਬਾਅਦ ਮੈਂ ਤੁਹਾਨੂੰ ਐਮਕੇ ਪੌਲ ਦੇ ਰਿਲੇਸ਼ਨਸ ਵਗੈਰਾ ਦਿਖਾਣੇ ਆ। ਉਹਦੇ ਵਿੱਚ ਉਸ ਤੋਂ ਬਾਅਦ ਕੀ ਹੈ ਬੇਟਾ, if one of the arguments of the Raka coefficient is 0 then we can use the symmetry relations and the following results can be obtained। ਮਤਲਬ ਕੀ ਹੈ, ਅਗਰ ABCD ਆਪਣੇ ਕੋਲ ਦਿੱਤਾ ਹੋਇਆ ਉਹਦੀ ਕੋਰਸਪੋਂਡਿੰਗ ਦੇ Raka coefficients ਹੈ ਉਹਨਾਂ ਵਿਚਕਾਰ ਇੱਕ ਸਿੰਬਲ ਤੁਹਾਡਾ 0 ਹੋ ਗਿਆ ਤਾਂ ਤੁਹਾਡੇ ਕੋਲ ਅਲਟੀਮੇਟਲੀ ਇਸ ਤਰ੍ਹਾਂ ਦਾ ਰਿਜ਼ਲਟ ਬਣੇਗਾ। ਤਾਂ ਇਦਾਂ ਦੀਆਂ ਟਰਮੀਨੋਲੋਜੀਜ਼ ਵੀ ਤੁਹਾਡੇ ਕੋਲ ਇਵੋਲਵ ਹੋਣਗੀਆਂ। ਉਸ ਤੋਂ ਬਾਅਦ ਬੇਟਾ ਆਉਂਦਾ 3J ਸਿੰਬਲ। ਅਗਰ 3J ਐਂਗਲ ਮੋਮੈਂਟਮ ਤੁਸੀਂ ਐਡ ਕਰ ਰਹੇ ਹੋ ਤਾਂ ਉਸ ਕੇਸ ਦੇ ਵਿੱਚ ਉਹਨੂੰ ਆਪਾਂ ਇੰਟਰਪ੍ਰੀਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ, 3J ਸਿੰਬਲ ਨੂੰ ਤੁਹਾਡੇ ਕੋਲ ਬ੍ਰੈਕਟਡ ਫਾਰਮ ਆਏਗੀ। ਸੋ ਇਹ ਆਪਾਂ ਆਉਣ ਵਾਲੇ ਟਾਈਮ 'ਚ ਜਿਹੜੇ ਨੈਕਸਟ ਸਲਾਈਡ ਦੇ ਵਿੱਚ ਆਉਣਾ, ਜਿਹੜਾ ਕਿ ਮੈਂ ਐਕਚੁਅਲੀ ਦਿਖਾਉਣਾ ਚਾਹੁੰਦਾ ਤੁਹਾਨੂੰ, ਇਸੇ ਕਰਕੇ ਮੈਂ ਕਾਫੀ ਚੀਜ਼ਾਂ ਜਿਹੜੀਆਂ ਹੈਗੀਆਂ ਸਕਿਪ ਕੀਤੀਆਂ। ਜਿਹੜੇ ਰੈਲੇਵੈਂਟ ਪਾਰਟ ਹੈ ਆਪਾਂ ਉਹੀ ਕਰਾਂਗੇ, ਅਦਰਵਾਈਜ਼ ਤੁਹਾਨੂੰ ਕਨਫਿਊਜ਼ਨ ਇੰਨੀ ਜ਼ਿਆਦਾ ਹੋ ਜਾਏਗੀ, ਬਾਕੀ ਚੀਜ਼ਾਂ ਦਾ ਮਤਲਬ ਨਹੀਂ ਸਮਝ ਲੱਗੇਗਾ। ਸੋ ਮਤਲਬ ਕੀ ਹੈ ਬੇਟਾ, 3J ਸਿੰਬਲ ਕੀ ਹੋ ਗਿਆ ਬੇਟਾ, J1 into M1। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ ਸਕਰੀਨ ਦੇ ਉੱਪਰ। ਸੋ 3 ਐਂਗਲ ਮੋਮੈਂਟਮ ਨੂੰ ਜਿਸ ਵੇਲੇ ਆਪਾਂ ਕਪਲ ਕਰਨ ਦੀ ਗੱਲ ਕਰਦੇ ਹਾਂ ਉਸ ਕੇ ਲਈ ਕੀ ਹੋਏਗਾ, J1 into M1। ਇਹ ਕਨਫਿਗਰੇਸ਼ਨ ਮਿਕਸਿੰਗ ਹੈ ਬੇਟਾ, J2 into M2 into mixing of J3 and M3। मतलब अगर ਤੁਸੀਂ 3 डिफरेंट एंगल मोमेंटा ਨੂੰ ਕਪਲ ਕਰਨ ਦੀ ਗੱਲ ਕਰੋਗੇ ਤਾਂ ਕੀ ਹੋਏਗਾ, they will be written down by 3J symbols। so 3J symbol ਕੀ ਹੋ ਗਿਆ ਬੇਟਾ, J1 J2 and J3 M1 M2 and M3। ਇਹਨਾਂ ਨੂੰ ਇਸ ਫਾਰਮ ਦੀ ਸਿੰਬਲ ਦੀ ਫਾਰਮ ਦੇ ਵਿੱਚ ਲਿਖਿਆ ਜਾਂਦਾ ਹੈ। ਐਂਡ ਇਹ ਮੈਟ੍ਰਿਸਿਸ ਨਹੀਂ ਹੈ, ਇਹ ਇੱਕ ਸਿੰਬਲ ਹੈ, ਇਹਦੀ ਪਾਰਟਿਕੂਲਰ ਵੈਲਿਊ ਡੈਜ਼ਿਗਨੇਟ ਹੋਏਗੀ। ਰਿਜ਼ਲਟ ਜਦੋਂ ਤੁਸੀਂ ਫਾਈਂਡ ਆਊਟ ਕਰੋਗੇ J1 J2 and J3 ਦੀ ਵੈਲਿਊ ਪੁੱਟ ਕਰਕੇ ਤਾਂ ਤੁਹਾਡੇ ਕੋਲ ਫਾਈਨਲੀ ਇੱਕ ਨੰਬਰ ਨਿਕਲ ਕੇ ਆਏਗਾ।
ठीक है जी। सो ਇਹਦੇ ਵਿੱਚ ਆਪਣੇ ਕੋਲ ਕੀ ਹੈ, ਇਹ ਵੈਕਟਰ ਐਡੀਸ਼ਨ ਅਗਰ ਆਪਾਂ ਫੋਲੋ ਕਰੀਏ ਤਾਂ ਨੀਚੇ ਦਿੱਤਾ ਹੋਇਆ ਇਹ ਆਪਾਂ ਆਉਣ ਵਾਲੇ ਟਾਈਮ 'ਚ ਵੀ ਪਤਾ ਕਰਾਂਗੇ। ਅਗਰ ਬਿਕਾਜ਼ ਅਗਰ ਆਪਾਂ ਕੀ ਕਰ ਸਕਦੇ ਹਾਂ, ਅਗਰ 3 ਜੇ ਐਂਗਲ ਮੋਮੈਂਟਮ ਹੈ, ਆਈ ਹੋਪ ਤੁਹਾਨੂੰ ਸਕਰੀਨ ਕਲੀਅਰ ਹੋਏਗੀ। ਸੋ ਅਗਰ ਆਪਣੇ ਕੋਲ ਕੀ ਦਿੱਤਾ ਹੋਇਆ ਬੇਟਾ, तो आई होप ਤੁਹਾਨੂੰ ਸਕਰੀਨ ਕਲੀਅਰ ਹੈ। ਸੋ ਅਗਰ ਆਪਾਂ 3 ਐਂਗਲ ਮੋਮੈਂਟਮ ਨੂੰ ਕਪਲ ਕਰਨ ਦੀ ਗੱਲ ਕਰਦੇ ਹਾਂ ਤਾਂ ਕੀ ਹੋ ਜਾਏਗਾ, 3 ਐਂਗਲ ਮੋਮੈਂਟਮ ਨੂੰ ਕਪਲ ਕਰਨ ਦਾ ਤਰੀਕਾ ਕੀ ਹੈ, ਆਈਦਰ ਬਾਈ ਵੀ ਕੈਨ ਚੂਜ਼ one or two coupling, one or two by 1-2 scheme, or we can choose 2-3 scheme। उस केस ਵਿੱਚ ਕੀ ਹੋ ਜਾਏਗਾ, we need to couple first of all J12। अगर J1 ਦਾ ਵੈਕਟਰ ਕੀ ਹੈ, ਰਾਈਟ ਹੈਂਡ ਸਾਈਡ ਵੱਲ ਵੈਕਟ ਕਰਦਾ ਪਿਆ, J2 ਦਾ ਕਿਆ ਜਿਹੜਾ ਵੈਕਟਰ ਹੈ ਉਹ ਵਰਟੀਕਲ ਹੈ, ਐਂਡ ਉਹਦੀ ਕੋਰਸਪੋਂਡਿੰਗ ਜਿਹੜਾ ਤੁਹਾਡੇ ਉਹਨਾਂ ਦੀ ਕਪਲਿੰਗ ਹੋਏਗੀ, ਦੇ ਵਿਲ ਬੀ ਗਿਵਿੰਗ ਲੀਡਿੰਗ ਟੂ ਅ ਵੈਕਟਰ ਦੈਟ ਇਜ਼ J12। ਸੋ ਇਹ ਟ੍ਰਾਇੰਗੂਲਰ ਲਾ ਦੇ ਕੋਰਸਪੋਂਡਿੰਗ ਆਪਣੇ ਕੋਲ फाइनल वेक्टर बढ़ेगा। अगर अपना ये वेक्टर उल्टा हो जाता है तो J1 plus J2 plus J12 अपना आंसर 0 आ जाना सी, बिकॉज ट्रायंगल लॉ के अकॉर्डिंग रिजल्टेंट अगर अपना बैकवर्ड साइक्लिक फॉर्म ਦੇ ਵਿੱਚ ਆਉਂਦਾ ਹੈ ਤਾਂ ਰਿਜ਼ਲਟ 0 ਹੁੰਦਾ ਹੈ, लेकिन अपने को साइक्लिक रिजल्ट 0 नहीं होना चाहिए, इस करके J12 ਜਿਹੜਾ ਹੈ अपने को साइक्लिक नहीं होएगा, ये रिजल्टेंट एक्ट एज ए रिजल्टेंट एक्ट करेगा। सो ये प्लस 2 ਦਾ ਕਨਸੈਪਟ ਹੈ बेटा। ਉਸ ਤੋਂ ਬਾਅਦ ਆਪਣੇ ਕੋਲ ਕੀ ਹੈ, J2 and 3 ਦੇ ਕੋਰਸਪੋਂਡਿੰਗ ਆਪਣੇ ਕੋਲ 2-3 ਦੀ ਸਕੀਮ ਬਣੇਗੀ। तो उस तो बाद की है बेटा, J2 ऊपर एक्ट करता है वर्टिकल, एंड J3 की है राइट हैंड साइड वाला एक्ट करता है, ਇਹਦੀ ਕੋਰਸਪੋਂਡਿੰग ਜਿਹੜਾ ਤੁਹਾਡੇ ਕੋਲ ਕਪਲਿੰਗ ਹੋਏਗੀ that will be J23 ਦੇ ਬਰਾਬਰ ਆ ਜਾਏਗੀ। ਠੀਕ ਹੈ ਜੀ। ਸੋ ਆਪਣੇ ਕੋਲ ਦੋ ਤਰ੍ਹਾਂ ਦੀਆਂ ਸਕੀਮਸ ਹੋ ਗਈਆਂ, ਆਈਦਰ ਕੈਨ ਵੀ ਚੂਜ਼ J12 और J23 ਦੇ ਬਰਾਬਰ ਆ ਜਾਏਗਾ। और ਹੁਣ ਦੇਖੋ बेटा, अगर ਆਪਾਂ 1-2 ਸਕੀਮ ਨੂੰ ਚੂਜ਼ ਕੀਤਾ, 1-2 ਸਕੀਮ ਦੇ ਕੋਰਸਪੋਂਡਿੰਗ ਫਸਟ ਐਂਡ ਸੈਕੰਡ ਨੂੰ ਕਪਲ ਕੀਤਾ, ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ, ਆਪਣੇ ਕੋਲ ਉਹਦੇ ਵਿੱਚ ਆਪਾਂ 3 ਨੂੰ ਕਪਲ ਕਰਨ ਦੀ ਕੋਸ਼ਿਸ਼ ਕੀਤੀ। ਸੋ J12 plus J3 ਅਲਟੀਮੇਟਲੀ ਕੀ ਬਣਾਏਗਾ ਬੇਟਾ, ਇਹ ਟ੍ਰਾਇੰਗਲ ਲਾ ਦੇ ਅਕੋਰਡਿੰਗ ਤੁਹਾਡਾ ਰਿਜ਼ਲਟੈਂਟ ਦੇ ਦੇਗਾ ਟੋਟਲ ਐਂਗਲ ਮੋਮੈਂਟਮ ਦੈਟ ਇਜ਼ ਕੈਪੀਟਲ J। ਉਸ ਤੋਂ ਬਾਅਦ ਕੀ ਹੈ, ਅਗਰ ਤੁਸੀਂ 2-3 ਸਕੀਮ ਨੂੰ ਚੂਜ਼ ਕੀਤਾ ਹੈ ਤਾਂ 2-3 ਸਕੀਮ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਕੀ ਰਿਜ਼ਲਟ ਆ ਜਾਏਗਾ, 2-3 ਸਕੀਮ ਤੁਹਾਡੇ ਕੋਲ ਆ ਜਾਏਗੀ ਅਲਟੀਮੇਟਲੀ 2-3 ਦੇ ਕੋਰਸਪੋਂਡਿੰਗ ਤੁਹਾਡੇ ਕੋਲ J1 ਆਣਾ ਚਾਹੀਦਾ ਹੈ, ਐਂਡ ਉਸ ਦੀ ਕੋਰਸਪੋਂਡਿੰਗ J1 J23 एंड मिक्स होके की बनाएंगे टोटल एंगल मोमेंटम। तो टोटल एंगल मोमेंटम ताड़ा डेजिग्नेट हो जाएगा, बन जाएगा अल्टीमेटली वेदर यू आर चूजिंग 1-2 और वेदर यू आर चूजिंग J23 स्कीम। ठीक है जी। तो ये ਤੁਹਾਡੀ ਵੈਕਟਰ ਐਡੀਸ਼ਨ ਨੂੰ ਕੋਰਸਪੋਂਡ ਕਰਨਗੇ। ਸੋ ਇਸੇ ਤਰ੍ਹਾਂ ਤੁਹਾਡੇ ਕੋਲ 3 ਐਂਗਲ ਮੋਮੈਂਟਮ ਦੀ ਕਪਲਿੰਗ ਦਾ ਜਿਹੜਾ ਰਿਜ਼ਲਟ ਆਏਗਾ। ਸੋ ਇਹ ਤੁਹਾਡੇ ਕੋਲ ਪਾਰਟਿਕੂਲਰ ਡਾਇਗਰਾਮਸ ਹੁੰਦੀਆਂ ਜਿਹੜੇ ਅਗਰ 3 ਐਂਗਲ ਮੋਮੈਂਟਮ ਦੀ ਕਪਲਿੰਗ ਕਰ ਰਹੇ ਤਾਂ ਇਹਨੂੰ ਰਿਪਰੈਜ਼ੈਂਟ ਕਰਨਾ ਇੱਕ ਇਹ ਵੀ ਤਰੀਕਾ ਦਿੱਤਾ ਹੋਇਆ ਤੇ ਆਉਣ ਵਾਲੇ ਟਾਈਮਸ ਵੀ ਦੱਸਾਂਗਾ। ਇਹ ਇੰਟਰਵਿਨਰ ਦੇ ਕੋਰਸਪੋਂਡਿੰਗ ਹੈ। ਸੋ ਦਿਸ ਇਜ਼ ਕਾਲਡ ਬਿਗਨਰ ਇੰਟਰਵਿਨਰ। ठीक है जी। सो ਇਹਦੇ ਵਿੱਚ ਕੀ ਹੋ ਜਾਏਗਾ, J1 J2 J3, so all three are coming together for a coupling। so ਇਹਦੀ J1 ਦੀ ਕੋਰਸਪੋਂਡਿੰਗ M1 ਆ ਗਿਆ ਬੇਟਾ, J2 J3 ਦੇ ਕੋਰਸਪੋਂਡਿੰਗ M3 ਆ ਗਿਆ, J2 ਦੀ ਕੋਰਸਪੋਂਡਿੰਗ M2 ਆ ਗਿਆ। ਸੋ ਸਾਰੇ ਦੇ ਸਾਰੇ ਕਪਲ ਹੋ ਕੇ ਰਿਜ਼ਲਟ ਬਣਾਣਗੇ। ਸੋ ਇਸ ਤਰ੍ਹਾਂ ਦੀ ਕੁਝ ਸਕੀਮ ਬਣੇਗੀ। ਸੋ 6 ਜੇ ਸਿੰਪਲ ਕੀ ਹੋ ਗਿਆ ਬੇਟਾ, so the symmetry relation satisfied by the Raka coefficients। ਹੁਣ ਆਪਾਂ ਇਹ ਦੇਖ ਚੁੱਕੇ ਹਾਂ ਕਿ ਬੇਟਾ ਕਾਫੀ ਸਾਰੀ ਹੌਚ-ਪੌਚ ਹੋ ਗਈ, ਕਾਫੀ ਸਾਰੇ ਜਿਹੜੇ ਸਿੰਬਲ ਹੈ ਆਪਾਂ ਅਗਰ ਆਇਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਕੋਲ ਕਾਫੀ ਸਾਰੇ ਸਿੰਬਲ ਸੀਗੇ ਜਿਹੜੇ ਕਿ ਮਿਕਸ ਹੋ ਗਏ। ਅਗਰ ਮੈਂ ਤੁਹਾਨੂੰ ਇੰਡੀਵਿਜੂਅਲੀ 1 ਬਾय 1 ਐਕਸਪ੍ਰੈਸ਼ਨ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਤੁਸੀਂ ਕਨਫਿਊਜ਼ ਹੋ ਜਾਂਦੇ। ਸੋ ਇਹਨਾਂ ਚੀਜ਼ਾਂ ਨੂੰ ਸਿਮੈਟਰੀ ਨੂੰ ਐਕਸਪਲੇਨ ਕਰਨ ਦੇ ਲਈ ਐਂਡ ਸਿੰਪਲੀਫਾਈ ਕਰਨ ਦੇ ਲਈ ਆਪਣੇ ਕੋਲ 6 ਜੇ ਸਿੰਬਲ ਹੁੰਦੇ ਆ, ਐਂਡ 6 ਜੇ ਸਿੰਬਲ ਇੰਟਰੋਡਿਊਸਡ ਬਾय beginner sige। so they were introduced by beginner which can be defined as, so ਜਿਹੜੇ ਸਿੰਬਲ ਹੈ 6 ਜੇ ਸਿੰਬਲ J1 J2 J3 J4 J5 and J6। तो ये ਸਿੰਬਲ ਤੁਹਾਡੇ ਕੋਲ ਇਹ ਕੈਪੀਟਲ J ਨੂੰ ਕੋਰਸਪੋਂਡਿੰਗ ਕਰਦੇ ਕਿ ਜ਼ਰੂਰੀ ਨਹੀਂ ਹੈ ਕਿ ਟੋਟਲ ਐਂਗਲ ਮੋਮੈਂਟਮ ਹੀ ਲਿਖਿਆ ਹੋਇਆ ਹੈ, ਇਹ ਕੋਈ ਵੀ ਪਰ ਤੁਹਾਡੇ ਕੋਲ ਐਂਗਲ ਮੋਮੈਂਟਮ ਦੀ ਵੈਲਿਊ ਹੋ ਸਕਦੀ ਹੈ। ठीक है, ਇਹ ਕੁਆਂਟਮ ਨੰਬਰ ਹੈ ਤੁਹਾਡੇ ਕੋਲ। ਸੋ J1 ਇਹ ਤੁਹਾਡੇ ਕੋਲ 6 ਜੇ ਸਿੰਬਲ ਹੈ, ਉਹਦੇ ਕੋਰਸਪੋਂਡਿੰਗ ਇਹਦੇ ਵਿੱਚ ਜਿਹੜਾ ਤੁਹਾਡੇ ਕੋਲ ਬਿਗਨਰ ਸਿੰਬਲ ਦਾ ਜਿਹੜਾ ਰਿਜ਼ਲਟ ਆਏਗਾ ਉਹ ਇਸ ਤਰ੍ਹਾਂ ਦਾ ਰਿਲੇਟਡ ਹੋਏਗਾ। ਤਾਂ ਇਸ ਸਿੰਬਲ ਦਾ ਜਿਹੜਾ ਮਤਲਬ ਹੈ 6 ਜੇ ਸਿੰਬਲ ਦਾ ਇਸ ਦੇ ਕੋਰਸਪੋਂਡਿੰਗ ਲਿਖਿਆ ਹੋਏਗਾ। ਸੋ ਜੇ 6 ਸਿੰਬਲਸ ਹੈ, these are invariant under any permutation of the 3 columns। तो आप ये ਤੁਹਾਡੇ ਕੋਲ ਇਨਵੇਰੀਐਂਟ ਰਹਿਣਗੇ। ਇਹਨਾਂ ਦੀ ਮੇਨ ਚੀਜ਼ ਕੀ ਹੈ, 6 ਜੇ ਸਿਮੈਟਰੀ ਇਜ਼ ਹਾਇਰ ਦੈਨ 3 ਜੇ ਸਿਮੈਟਰੀ, ਇਸ ਕਰਕੇ ਇਹ ਜ਼ਿਆਦਾ ਸਿੰਪਲੀਫਾਈਡ ਫਾਰਮ ਹੋਏਗੀ। ਸੋ ਦੇ ਕੈਨ ਬੀ ਦੇ ਆਰ ਇਨਵੇਰੀਐਂਟ ਵਿਦ ਰਿਸਪੈਕਟ ਟੂ ਕਾਲਮ ਇੰਟਰਚੇਂਜ, ਮਤਲਬ ਤੁਸੀਂ ਕਾਲਮਸ ਨੂੰ ਇੰਟਰਚੇਂਜ ਕਰ ਸਕਦੇ ਹੋ। ਸੋ ਜੇ ਤੇ ਕੀ ਹੈ ਬੇਟਾ, J2 ਐਂਡ J5 ਤੁਸੀਂ ਫਸਟ ਵਾਲੀ ਸਾਈਡ ਤੇ ਫਸਟ ਕਾਲਮ 'ਚ ਪਲੇਸ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਤੁਹਾਨੂੰ ਐਟ ਸਾਈਮਲਟੇਨੀਅਸਲੀ ਦੋ ਕਾਲਮ ਇੰਟਰਚੇਂਜ ਕਰਨੇ ਪੈਣਗੇ, ਯਾਦ ਰੱਖਿਓ ਬੇਟਾ। ਸੋ J2 ਉਸ ਤੋਂ ਬਾਅਦ ਸਭ ਤੋਂ ਪਹਿਲਾਂ ਕੀ ਹੈ ਪਹਿਲਾਂ ਸਬ J1 ਦੇ ਨਾਲ J2 ਨੂੰ ਇੰਟਰਚੇਂਜ ਕਰ ਦਿਓ, ਉਸ ਤੋਂ ਬਾਅਦ J3 ਦੇ ਨਾਲ J1 ਨੂੰ ਇੰਟਰਚੇਂਜ ਕਰ ਦਿਓ, J2 ਨੂੰ ਇੰਟਰਚੇਂਜ ਕਰ ਦਿਓ, ਸੌਰੀ। ਸੋ
यू आर इंटरचेंजिंग टू कॉलम्स एट ए टाइम ਤਾਂ ਜਾ ਕੇ ਤੁਹਾਡਾ ਰਿਜ਼ਲਟ ਪੋਜ਼ਿਟਿਵ ਆਏਗਾ, ਅਦਰਵਾਈਜ਼ ਤੁਹਾਡੇ ਕੋਲ ਸਾਈਨ ਜਿਹੜਾ ਚੇਂਜ ਹੋ ਜਾਏਗਾ। ਸੋ J1 ਐਂਡ J4 ਪਹਿਲਾਂ ਸੈਕੰਡ ਪੋਜੀਸ਼ਨ ਤੇ ਆਏ, ਉਸ ਤੋਂ ਬਾਅਦ ਕੀ ਹੋਇਆ ਥਰਡ ਪੋਜੀਸ਼ਨ ਤੇ ਚਲੇ ਗਏ, ਉਸ ਤੋਂ ਬਾਅਦ ਕੀ ਹੋਇਆ ਜਿਹੜਾ ਸੈਕੰਡ ਕਾਲਮ ਸੀ ਉਹ ਫਸਟ ਪੋਜੀਸ਼ਨ ਤੇ ਗਿਆ ਐਂਡ ਉਸ ਤੋਂ ਬਾਅਦ ਜਿਹੜਾ J36 ਸੀਗਾ ਉਹ ਸੈਕੰਡ ਪੋਜੀਸ਼ਨ ਤੇ ਆਇਆ। ਸੋ ਅਲਟੀਮੇਟਲੀ ਦੋ ਕਾਲਮ ਸਾਈਮਲਟੇਨੀਅਸਲੀ ਇੰਟਰਚੇਂਜ ਕਰਨ ਦੇ ਨਾਲ ਤੁਹਾਡੇ ਕੋਲ ਜਿਹੜਾ ਬਿਗਨਰ 6 ਸਿੰਬਲ ਹੈ ਉਹ ਇਨਵੇਰੀਏਟ ਰਹਿੰਦਾ ਹੈ। ठीक है जी, सारे ऑपरेशन बना के देते हुए तो दे आर आल्सो इनवेरिएंट अंडर इंटरचेंज ऑफ अपर एंड लोअर आर्गूमेंट्स। सो ये ਜਿਹੜੇ ਆਰਗੂਮੈਂਟ ਹੈ ਉਹਨਾਂ ਨੂੰ ਤੁਸੀਂ ਇੰਟਰਚੇਂਜ ਕਰਕੇ ਵੀ ਲਿਖ ਸਕਦੇ ਹੋ ਐਂਡ ਦੇ ਆਰ ਇਨਵੇਰੀਐਂਟ। ਸੋ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਆਪਣੇ ਕੋਲ 5 ਐਂਡ J2 J5 ਐਂਡ J2 ਹੈ, ਇਹਨਾਂ ਨੂੰ ਤੁਸੀਂ ਇੰਟਰਚੇਂਜ ਕਰ ਸਕਦੇ ਹੋ ਐਂਡ 6 ਐਂਡ 3 ਨੂੰ ਇੰਟਰਚੇਂਜ ਕਰ ਸਕਦੇ ਹੋ। ਅਲਟੀਮੇਟਲੀ ਕੀ ਹੈ ਤੁਹਾਨੂੰ ਦੋ ਸਿੰਬਲ ਸਾਈਮਲਟੇਨੀਅਸਲੀ ਇੰਟਰਚੇਂਜ ਕਰਨੇ ਪੈਣਗੇ, ਅਦਰਵਾਈਜ਼ ਤੁਹਾਡੇ ਕੋਲ ਰਿਜ਼ਲਟ ਦਾ ਜਿਹੜਾ ਸਾਈਨ ਹੈ ਉਹ ਵੇਰੀ ਕਰ ਸਕਦਾ ਹੈ, ਰਿਜ਼ਲਟ ਵੇਰੀ ਕਰ ਸਕਦਾ ਹੈ। ਸੋ ਇਸ ਦੇ ਇਹਦੀ ਸਿਮੈਟਰੀ ਪ੍ਰੋਪਰਟੀਜ਼ ਹੈ। ਸੋ 6 ਦੇ ਸਿੰਬਲ ਕੀ ਹੋਏਗਾ, 6 ਦੇ ਸਿੰਬਲਸ ਆਰ ਡਿਫਾਈਨਡ ਐਜ਼, ਅਗਰ ਪ੍ਰੋਪਰ ਡੈਫੀਨੇਸ਼ਨ ਜਿਹੜੀ ਹੋਵੇ ਤਾਂ ਮੈਂ ਡਿਫਰੈਂਟ ਜਗ੍ਹਾ ਤੋਂ ਮਟੀਰੀਅਲ ਲੈ ਕੇ ਬਣਾਏ ਹੋਏ ਬੇਟਾ, ਇਹ ਇਦਾਂ ਨਹੀਂ ਹੈ ਕਿ ਇੱਕ ਬੁੱਕ ਤੋਂ ਚੱਕਿਆ ਹੋਇਆ ਜਾਂ ਦੂਸਰੀ ਸਿੰਪਲ ਇੱਕ ਸਿੰਪਲ ਆਰਟੀਕਲ ਹੈ, ਇਦਾਂ ਦਾ ਕੁਝ ਨਹੀਂ ਹੈ। ਸੋ 6 ਦੇ ਸਿੰਬਲਸ ਨੂੰ ਅਗਰ ਆਪਾਂ ਪ੍ਰੋਪਰ ਡੈਫੀਨੇਸ਼ਨ ਦੇਣੀ ਹੋਵੇਗਾ ਤਾਂ ਕੀ ਦੇਵਾਂਗੇ, ਸੋ 6 ਦੇ ਸਿੰਬਲਸ ਡਿਫਾਈਨਡ ਐਜ਼ ਦੀ ਸਮ ਓਵਰ ਦੀ ਪ੍ਰੋਡਕਟਸ ਆਫ 4 ਬਿਗਨਰ 3J ਸਿੰਬਲਸ। ਸੋ ਜਿਹੜੇ 3J ਸਿੰਬਲ ਸੀਗੇ, ਜੇ ਅਗਰ 3 ਐਂਗਲ ਮੋਮੈਂਟਮ ਦੀ ਆਪਾਂ ਗੱਲ ਕਰਦੇ ਸੀ, ਅਗਰ ਉਹਨਾਂ ਨੂੰ ਕਪਲ ਕਰਨਾ ਹੈ ਤਾਂ ਉਹਦੇ ਕੋਰਸਪੋਂਡਿੰਗ ਜਿਹੜੇ ਜੇ 3J ਸਿੰਬਲ ਹੈ ਉਹ 4 ਤਰ੍ਹਾਂ ਦੇ ਅਗਰ ਆਪਾਂ ਲੈ ਲਈਏ ਤਾਂ ਉਹਦੀ ਕੋਰਸਪੋਂਡਿੰਗ 6J ਬਣੇਗਾ। ਤਾਂ 3J ਦੇ ਜਿਹੜੇ ਵੇਰੀਅਸ ਕੰਬੀਨੇਸ਼ਨਸ ਹੈ ਉਹਨਾਂ ਨੂੰ ਇੱਥੇ ਚੂਜ਼ ਕੀਤਾ ਗਿਆ ਹੈ। So J1, J2 and J3 minus M1 minus M2 minus M3 J1, J5, J6, J4, J2, J6, J4, J5 and J3 ये सारे coefficients जो आप उससे introduce करोगे, so they are the sum over the product of, so this is the sum, this is the product, sum over the product of 4 ਬਿਗਨਰ 3J ਸਿੰਬਲਸ। तो 4 ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ, ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਡਿਫਰੈਂਟ ਪਿਕਚਰਸ ਬਣਦੀਆਂ ਰਹਿਣਗੀਆਂ। ਸੋ ਦਿਸ ਇਜ਼ ਨਾਟ ਅ ਵਨ ਪਿਕਚਰ ਥੀਮ, ਤੁਹਾਡੇ ਕੋਲ ਮਲਟੀਪਲ ਪਿਕਚਰਸ ਹੋ ਸਕਦੀਆਂ, ਲੇਕਿਨ ਉਹਦੀ ਕੋਰਸਪੋਂਡਿੰਗ ਤੁਹਾਨੂੰ ਪ੍ਰੋਪਰ ਡੈਜ਼ਿਗਨੇਸ਼ਨ ਬਣਾਉਣੀ ਪਏਗੀ, ਪ੍ਰੋਪਰ ਸਿੰਬਲ ਕੰਬੀਨੇਸ਼ਨਸ ਬਣਾਉਣੇ ਪੈਣਗੇ। सो राका कोएफिशिएंट्स, राका W कोएफिशिएंट्स ਜਿਹੜੇ ਦਿੱਤੇ ਹੋਏ ਹੈ, ਅਗਰ आप उसको उस फॉर्मेट ਦੇ ਵਿੱਚ अगर 6 ਸਿੰਬਲ ਨੂੰ ਲਿਖਣ ਦੀ ਕੋਸ਼ਿਸ਼ ਕਰੋਗੇ ਤਾਂ ਇਸ ਫਾਰਮ ਦੇ ਵਿੱਚ ਆ ਜਾਏਗਾ। ठीक है बेटा, सो ਤੁਹਾਡੇ ਕੋਲ ਇਸ ਦੇ ਵਿੱਚ ਆ ਜਾਏਗਾ J1 J2 ਉਹਦੇ ਕੋਰਸਪੋਂਡਿੰਗ J4 J5 ਆ ਜਾਏਗਾ, J3 ਐਂਡ J6 ਰਾਈਟ ਹੈਂਡ ਸਾਈਡ ਦੇ ਉੱਪਰ ਆ ਜਾਣਗੇ। तो ਇਸ ਦੀ ਕੋਰਸਪੋਂਡਿੰਗ ਇਸ ਤਰ੍ਹਾਂ ਦੀ ਫਿਗਰ ਬਣੇਗੀ। ਚਲੋ ਇਹ ਇੰਟਰਪ੍ਰੀਟ ਕਰਨ ਦਾ ਤਰੀਕਾ ਕੀ ਹੈ ਬੇਟਾ, ਦੇ ਕਹਿ ਰਹੇ ਇਹਨੂੰ ਯਰਟਸਿਸ ਸਪਿਨ ਨੈਟਵਰਕ ਕਹਿੰਦੇ, ਜ਼ਿਆਦਾ ਡਿਟੇਲ ਦੇ ਵਿੱਚ ਮੈਂ ਨਹੀਂ ਜਾਂਦਾ ਬੇਟਾ। ਸੋ ਇਹਦੇ ਕਿਸ ਵਿੱਚ ਕੀ ਹੋਏਗਾ, ਜਦੋਂ ਐਂਗਲ ਮੋਮੈਂਟਮ ਦੀ ਕਪਲਿੰਗ ਕਰੋਗੇ, ਇਹ ਚੀਜ਼ ਮੈਂ ਪਹਿਲਾਂ ਹੀ ਦਿਖਾਈ ਹੈ, ਜੇ J1 J2 ਐਂਡ J3 ਕਪਲ ਹੋਣਗੇ ਬੇਟਾ, ਉਹਦੇ ਕੋਰਸਪੋਂਡਿੰਗ J4 ਐਂਡ J5 ਐਂਡ J6 ਹੈ, J4 J5 ਐਂਡ J6 ਇਹ ਤੁਹਾਡੇ ਕੋਲ ਕੀ ਹੈ ਐਂਟੀ ਕਲੌਕਵਾਈਜ਼ ਕਪਲਿੰਗ ਫਾਰਮ ਦੇ ਵਿੱਚ ਦਿੱਤੇ ਹੋਏ ਹੈ। ਅਗਰ ਤੁਹਾਡੇ ਕੋਲ ਪਲੱਸ ਸਿੰਬਲ ਦਿੱਤਾ ਹੋਇਆ ਉਹਦੇ ਕੋਰਸਪੋਂਡਿੰਗ ਤੁਸੀਂ ਕਪਲਿੰਗ ਬਣਾਓਗੇ ਤਾਂ ਪਲੱਸ ਸਾਈਨ ਔਨ ਦੀ ਨੋਡਸ, ਇਹਨੂੰ ਆਪਾਂ ਨੋਡ ਕਹਿ ਕੇ ਚੱਲਾਂਗੇ, ਔਨ ਦੀ ਨੋਡਸ ਇੰਡੀਕੇਟ ਐਂਟੀ ਕਲੌਕਵਾਈਜ਼ ਰੀਡਿੰਗ ਆਫ ਇਟਸ ਸਰਾਊਂਡਿੰਗ ਲਾਈਨਸ। ਇਹ ਤੁਸੀਂ ਚੈੱਕ ਕਰ ਸਕਦੇ ਹੋ ਬੇਟਾ। ਸੋ ਇਸ ਕੇਸ ਵਿੱਚ ਕੀ ਹੋ ਗਿਆ ਬੇਟਾ, 1 6 ਐਂਡ 5 ਐਟ ਏ ਸੌਰੀ 1 6 ਆਪਣੇ ਕੋਲ ਐਟ ਏ ਪਾਰਟਿਕੂਲਰ ਟਾਈਮ ਆ ਗਏ, ਉਹਦੀ ਕੋਰਸਪੋਂਡਿੰਗ ਆਪਣੇ ਕੋਲ J5 ਆਏਗਾ, J1 2 ਐਂਡ 3 ਉਹਦੀ ਕੋਰਸਪੋਂਡਿੰਗ ਕਪਲਿੰਗ ਹੋਏਗੀ ਐਂਡ ਇਸ ਨੋਡ ਦੇ ਉੱਪਰ ਕੀ ਹੋ ਜਾਏਗਾ ਬੇਟਾ, J6 J4 ਐਂਡ J2 ਆਣਗੇ। ਸੋ ਇਹਦੀ ਕੋਰਸਪੋਂਡਿੰਗ ਆਪਣੇ ਕੋਲ ਰਿਜ਼ਲਟ ਬਣਨਗੇ। ਸੋ ਸਾਰੀ ਚੀਜ਼ਾਂ ਦੇਣ ਦੀ ਲੋੜ ਨਹੀਂ ਹੈ, ਸਿਰਫ ਤੇ ਸਿਰਫ ਲਾ ਦੀ ਘੜੀ ਇਹਨੂੰ ਯਰਟਸਿਸ ਨੈਟਵਰਕ ਦੇ ਵਿੱਚ ਇਸ ਫਾਰਮ ਦੇ ਵਿੱਚ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਐਂਡ ਇਹ ਸਿਰਫ ਇੰਨਾ ਹੀ ਬਹੁਤ ਹੈ, ਜ਼ਿਆਦਾ ਡਿਟੇਲ ਨਹੀਂ। ਅਦਰਵਾਈਜ਼ ਇਹਨਾਂ ਦੇ ਉੱਪਰ ਪੂਰੀ ਬੁੱਕ ਲਿਖੀ ਜਾ ਸਕਦੀ ਹੈ, ਜਰਸਿਸ ਦੇ ਉੱਪਰ ਆਪਣੀ ਬੁੱਕ ਲਿਖੀ ਹੋਈ ਲੋਕਾਂ ਨੇ। ਸੋ ਟੋਟਲ ਐਂਗਲ ਮੋਮੈਂਟਮ ਜਿਹੜੀ ਜਿਵੇਂ ਮੈਂ ਪਹਿਲਾਂ ਹੀ ਦੱਸੀ ਹੋਈ ਹੈ, J1 J2 ਐਂਡ J12 ਕਿਸ ਤਰ੍ਹਾਂ ਬਣਾਇਆ ਜਾਂਦਾ ਹੈ, ਉਸ ਤੋਂ ਬਾਅਦ J23 ਕਿਸ ਤਰ੍ਹਾਂ ਬਣਾਇਆ ਜਾਂਦਾ ਹੈ, J3 ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਐਂਡ ਉਸ ਤੋਂ ਬਾਅਦ ਟੋਟਲ ਐਂਗਲ ਮੋਮੈਂਟਮ ਕਿਸ ਤਰ੍ਹਾਂ ਡੈਜ਼ਿਗਨੇਟ ਕੀਤਾ ਜਾਏਗਾ, ਵੈਦਰ ਯੂ ਆਰ ਚੂਜ਼ਿੰਗ J12 ਸਕੀਮ ਔਰ J23 ਸਕੀਮ। ਇਹ ਸਾਰਾ ਪਾਰਟ ਕਪਲ ਕਰਕੇ ਤੁਸੀਂ ਟੋਟਲ ਐਂਗਲ ਮੋਮੈਂਟਮ ਬਣਾ ਸਕਦੇ ਹੋ। ਇਹ ਯਰਟਸਿਸ ਡਾਇਗਰਾਮ ਹੈ ਬੇਟਾ, ਤੁਹਾਡੇ ਕੋਲ ਰਿਜ਼ਲਟ ਆ ਜਾਏਗਾ। ठीक है, तो यर्टसिस डायग्राम ਇਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਆ ਜਾਏਗੀ। ਸੋ ਤੁਸੀਂ ਇਹਨੂੰ ਬਣਾ ਕੇ ਦੇਖ ਸਕਦੇ ਹੋ ਬੇਟਾ, J12 ਬਣ ਗਿਆ, ਉਸ ਤੋਂ ਬਾਅਦ 1 2 ਦੇ ਕੋਰਸਪੋਂਡਿੰਗ J3 ਮਿਕਸ ਹੋ ਗਿਆ ਤੇ ਟੋਟਲ ਐਂਗਲ ਮੋਮੈਂਟਮ ਬਣਿਆ। ਉਸ ਤੋਂ ਬਾਅਦ ਤੁਹਾਡੇ ਕੋਲ ਕੀ ਹੈ ਬੇਟਾ, J23 ਦੇ ਕੋਰਸਪੋਂਡਿੰਗ J23 ਬਣ ਗਿਆ, ਉਹਦੇ ਵਿੱਚ ਕੀ ਮਿਕਸ ਕਰੋਗੇ, J1 ਮਿਕਸ ਕਰਕੇ ਟੋਟਲ ਐਂਗਲ ਮੋਮੈਂਟਮ ਬਣਾ ਦੋਗੇ। ठीक, उस तो बाद आता है बेटा
ਤੁਹਾਡੇ ਕੋਲ ਅਗਰ ਤੁਸੀਂ 4 ਡਿਫਰੈਂਟ ਐਂਗੂਲਰ ਮੋਮੈਂਟਾਂ ਨੂੰ ਕਪਲ ਕਰਨ ਦੀ ਕੋਸ਼ਿਸ਼ ਕਰਦੇ ਹੋ, so J will be equal to J1, J2, J3 and J4. So you will need a higher symmetry. ਇਸ ਕਰਕੇ ਤੁਹਾਡੇ ਕੋਲ ਕਾਫੀ ਸਾਰੇ ਨਵੇਂ ਫੈਕਟਰ ਇਨਵੋਲਵ ਹੋ ਸਕਦੇ। So in many applications we need to transform between two coupling schemes involving 4 angular momenta. So ਆਪਣੇ ਕੋਲ ਕਈ ਵਾਰ coupling schemes ਹੋ ਜਾਂਦੀ ਹੈ ਜਿਹਦੇ ਵਿੱਚ ਆਪਣੇ ਕੋਲ 4 angular momenta different ਇਨਵੋਲਵ ਹੋ ਸਕਦੇ ਹਨ। This occurs, for example, in the transformation from JJ coupling to LS coupling for two particles possessing both orbital and spin angular momentum. तो अगर अपने कोल बाई चांस अपने कोल सपोज करो लाइट न्यूक्लियस जिहड़े है वो JJ कपलिंग फॉलो करते हैं एंड जिहड़े हैवी न्यूक्लियस है वो LS कपलिंग फॉलो करते हैं, तो इंटरमीडिएट रीजन ਦੇ ਵਿੱਚ ਜਾ ਕੇ ਆਪਣੇ ਕੋਲ JJ कपलिंग ਤੋਂ ਲੈ ਕੇ LS कपलिंग ਵੱਲ ਆਪਣੇ ਕੋਲ ਜਲਦ ट्रांसफॉर्म करने ਪੈਂਦੇ हैं। ठीक है जी, इस करके अपने को 9J सिंबल की रिक्वायरमेंट पैंदी है। सो वी नीड टू कपल 9J सिंबल्स बिकॉज अगर अपने को दो पार्टिकल है उन्होंने दो स्पिन ऑर्बिटल एंगुलर मोमेंटम होंगे, दो ही अपने को स्पिन एंगुलर मोमेंटम होंगे। सो अपने को कितने होगी बेटा 4 एंगुलर मोमेंटम होंगे। इस करके जो 4 एंगुलर मोमेंटम साइमल्टेनियसली कपल करने की गल करोगे तो अपने को 9J सिंबल आएंगे। ठीक है जी, तो ये सिर्फ 2 पार्टिकल केस है। अगर मल्टी पार्टिकल केस करोगे, मल्टी पार्टिकल कन्फिगरेशन की गल करोगे तो ये चीज़ां होर कंपलैक्स हो जाएंगी। इस करके न्यूक्लियर फिजिक्स थोड़ा जिहा टफ सब्जैक्ट बन जाता है अगर न्यूमेरिकल सिमुलेशन की आप गल करिए। सो इन दिस एग्जांपल द टोटल एंगुलर मोमेंटम वेक्टर ऑफ द फर्स्ट पार्टिकल की हो जाएगा बेटा, फर्स्ट पार्टिकल की कॉरस्पॉन्डिंग L1 एंड S1 आ जाएगा, will be giving rise to L1 plus S1। इतने अगर JJ कपलिंग की गल करने पे तो सब तो पहला टोटल एंगुलर मोमेंटम J1 बनेगा, सेकंड पार्टिकल L2 plus S2 अपने को J2 के बराबर आएगा। लेकिन अगर आप दोनों को साइमल्टेनियसली कपल की गल करांगे J1 plus J2 आ जाएगा, तो टोटल कपलिंग केड़ी होगी बेटा JJ कपलिंग होगी। अगर अपने LS कपलिंग करते हैं तो LS कपलिंग ਦੇ ਵਿੱਚ ਕੀ ਹੋ ਜਾਏਗਾ, पहले L ਨੂੰ कपल ਕੀਤਾ जाएगा, फिर S ਨੂੰ कपल ਕੀਤਾ जाएगा, ਉਸ ਤੋਂ ਬਾਅਦ L ਜਮਾ S ਹੋ ਜਾਏਗਾ। तो JJ कपलिंग ਦੇ ਵਿੱਚ LS ਪਹਿਲਾਂ, ठीक है जी, उस तो बाद LS कपलिंग दे विच L1 L2 and S1 S2 पहला कपल कीती जाती है। So the transformation between these coupling schemes is related to the 9J symbols introduced by Wigner by the following equation। So ਜਿਹੜੀ 9J symbol है ये काफी इंपॉर्टेंट इक्वेशन है बेटा, 63 क्वेश्चन नंबर जरूर नोट कर लियो, ਇਹਦੇ पेपर च पूरे आने के चांस ਹੁੰਦੇ है। सो ਆਪਾਂ ਕੀ ਕੀਤਾ ਹੋਇਆ बेटा, LS ਨੂੰ ਪਹਿਲਾਂ कपल करके J1 बनाया, उस तो बाद L2 and S2 ਨੂੰ कपल करके ਆਪਾਂ J2 बनाया, उस तो बाद दोनों कपल करके J1 एंड J2 कैपिटल J एंड कैपिटल M की फॉर्म में इंटरप्रेट किया, और L1 L2 कपल करके कैपिटल L बनाओ, S1 S2 कपल करके कैपिटल S बनाओ, उस तो बाद दोनों L एंड S कपल करके J एंड M की फॉर्म लिखो। इन्हां दोनों मतलब की है, दे विल बी रिलेटेड बाय अ ट्रांसफॉर्मेशन बिकॉज दोनों ही कपलिंग स्कीम्स ने, इस करके इन्हां दा फैक्टर आएगा दैट विल बी 2J plus 1 2J plus 2 plus 1 apply 2L plus 1 2S plus 1 raised to power 1/2 and in 9J सिंबल बन जाते हैं। 9J सिंबल ਇਹਦੀ मतलब ਕੀ ਹੈ, ਇਹਦੇ ਵਿੱਚ 9 एंगुलर मोमेंटम स्टेट्स इन्वॉल्व होਣਗੀਆਂ। L1 S1 ਕੀ ਬਣਾਣਗੇ J1, L2 S2 ਕੀ ਬਣਾਣਗੇ बेटा J2, L1 L2 ਕੀ ਬਣਾਣਗੇ कैपिटल L, S1 S2 ਕੀ ਬਣਾਣਗੇ बेटा कैपिटल S एंड J1 J2 ਕੀ ਬਣਾਣਗੇ ਤੁਹਾਡੇ ਕੋਲ कैपिटल J। आई होप ਤੁਹਾਨੂੰ ਚੀਜ਼ਾਂ ਕਾਫੀ ਜ਼ਿਆਦਾ ਕਲੀਅਰ ਹੋ ਜਾਣਗੀਆਂ आफ्टर ट्रांसफॉर्मिंग JJ कपलिंग स्कीम टू LS कपलिंग स्कीम। सो 6J सिंबल की हो गया बेटा 3 एंगुलर मोमेंटम कपलिंग, उस तो बाद 9J सिंबल की हो गया 4 एंगुलर मोमेंटम कपलिंग। सो 9J सिंबल कितने काम आते हैं, सिंपली ਤੁਹਾਡੀ ਜਦੋਂ JJ ਕਪਲਿੰਗ ਨੂੰ LS ਕਪਲਿੰਗ ਦੇ ਵਿੱਚ ਆਪਾਂ ਟ੍ਰਾਂਸਫਾਰਮ ਕਰਦੇ ਹਾਂ, ਤਾਂ ਸਿੰਪਲ ਇਕੁਏਸ਼ਨ ਹੈ, ਇਹਦੇ ਵਿੱਚ ਤੁਸੀਂ ਇਹਨੂੰ ਇੰਟਰਪ੍ਰੀਟ ਕਰ ਸਕਦੇ ਹੋ, ਤੁਹਾਨੂੰ ਪੇਪਰ ਦੇ ਵਿੱਚ ਕਾਫੀ ਵਾਰ ਇਹ ਚੀਜ਼ ਪੁੱਛੀ ਜਾਂਦੀ ਹੈ। and it is independent of the total magnetic quantum number। so ਇਹਦੇ ਵਿੱਚ ਕਿਤੇ ਵੀ magnetic quantum number ਨਹੀਂ ਇਨਵੋਲਵ ਹੋਇਆ, ਇਹ ਚੀਜ਼ ਯਾਦ ਰੱਖਿਓ। so the 9J symbols ਜਿਹੜੀ ਕਰਲੀ ਬ੍ਰੈਕਟ ਹੈ ਇਹਨੂੰ ਆਪਾਂ 9J symbol ਦਾ ਨਾਮ ਦੇਵਾਂਗੇ, can be written as sum over the products of 6J symbols by expressing the broad notation in equation 63 in terms of ket vectors in 63 through repeated use of recoupling ट्रांसफॉर्मेशन डिफाइंड बाय इक्वेशन 40 एंड 41। अल्टीमेटली कहने का मतलब ये है कि 9J सिंबल ਨੂੰ ਆਪਾਂ 6J सिंबल ਦੇ ਵੀ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। सो 6J सिंबल ਦੀ ਕੋਰਸਪੋਂਡਿੰਗ ਕੀ ਆ ਜਾਏਗਾ बेटा, 6J सिंबल ਆਪਾਂ ਨੂੰ ਪਤਾ ਹੈ J1 J3 ਨੂੰ ਆਪਾਂ J13 ਕਪਲ ਕਰ ਸਕਦੇ ਹਾਂ, ਉਸ ਤੋਂ ਬਾਅਦ 13 ਦੇ ਕੋਰਸਪੋਂਡਿੰਗ J24 ਐਂਡ J ਦੇ ਕਪਲ ਹੋ ਜਾਏਗੀ, J2 ਨੂੰ J4 ਨਾਲ ਕਪਲ ਕਰ ਸਕਦੇ ਹਾਂ। ਸੋ 9J सिंबल ਜਿਹੜੇ ਬਣੇ ਹੋਏ ਆ J1 J2 ਨੂੰ ਕਪਲ ਕਰਕੇ J12 ਬਣਾਇਆ, J3 J4 ਨੂੰ ਕਪਲ ਕਰਕੇ J34 ਬਣਾਇਆ, J1 and J3 कपल करके J13, J24 ਨੂੰ कपल करके J24 and total एंगुलर मोमेंटम J ਦੇ बराबर आ जाएगा।
सो मतलब की है 9th symbol can be written in terms of 6 symbols with various coefficients ਤੁਹਾਡੇ coefficients ਦੀ corresponding ਤੁਸੀਂ ਇਹਨੂੰ ਡਰਾਈਵ ਕਰ ਸਕਦੇ ਹੋ and even permutation of the rows or columns of the 9th symbol leaves it unchanged as does the transformation obtained by interchanging rows and columns तो ਤੁਸੀਂ ਇਸ ਕੇਸ ਦੇ ਵਿੱਚ ਜਿਹੜੀ permutation and combination ਜਿਹੜੇ ਹੈ ਉਹ 2 rows or 2 columns simultaneously interchange ਕਰਦੇ ਹੈ ਇਹ ਚੀਜ਼ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤੀ ਹੋਈ ਹੈ ਉਹੀ ਚੀਜ਼ ਵੈਲਿਡ ਹੈ ਉਸ ਤੋਂ ਬਾਅਦ ਕੀ ਹੈ odd permutation ਕੀ ਹੋਏਗੀ ਅਗਰ odd permutation ਕਰ ਦੋਗੇ ਤਾਂ ਇਹ ਵਾਲਾ ਫੈਕਟਰ ਤੁਹਾਨੂੰ ਉਸ ਫੈਕਟਰ ਦੇ ਨਾਲ ਆਪਣੇ ਜਿਹੜਾ ਅਗਰ ਇੰਟਰਚੇਂਜ ਤੋਂ ਬਾਅਦ ਤੁਹਾਨੂੰ ਇੰਟਰੋਡਿਊਸ ਕਰਨਾ ਪਏਗਾ ਅਗਰ ਤੁਹਾਡੇ ਜਿਹੜੇ ਐਂਗਲੋ ਮੋਮੈਂਟਮ ਜਿਹੜੇ ਲਿਖੇ ਹੋਏ ਆ ਉਹਨਾਂ ਸਾਰੇ ਦੀ ਕੰਟਰੀਬਿਊਸ਼ਨ ਦੇ ਵਿੱਚ ਕਾਊਂਟ ਹੋਏਗੀ ਐਂਡ ਫਾਈਨਲ ਜਿਹੜਾ ਨੰਬਰ ਹੈ ਉਹ ਇਸ ਤਰ੍ਹਾਂ ਫਾਰਮ ਦੇ ਵਿੱਚ ਬਦਲ ਜਾਏਗਾ So 9th symbol satisfy the orthogonality relation. Orthogonality relation ਜਿਹੜਾ ਹੈ ਉਹ ਇੱਕ satisfy ਕਰ ਦੇਗੇ ਬੇਟਾ ਕੋਈ ਚੀਜ਼ आपको पता है नेक्स्ट थिंग ਕੀ ਆ ਗਈ ਬੇਟਾ ਸਮ ਰੂਲ ਆ ਗਿਆ तो ਸਮ ਰੂਲ ਆਪਣੇ ਕੋਲ ਕੀ ਹੁੰਦਾ ਹੈ ਸਾਰਿਆਂ ਨੂੰ ਸਮ ਕਰਨ ਦੀ J1 3 ਸਕੀਮ ਹੈ ਜਿਹੜੀ J2 3 ਸਕੀਮ ਹੈ ਸਾਰਿਆਂ ਨੂੰ ਸਮ ਕਰਨ ਦੀ ਗੱਲ ਕਰੋਗੇ ਤਾਂ ਉਹਦੇ corresponding ਤੁਹਾਡੇ ਆਪਣੀ ਸਕੀਮ ਬਣੇਗੀ when one of the arguments of the 9th symbol अगर 0 हो गया तो उसके corresponding ਤੁਹਾਡੇ ਕੋਲ ਇੱਕ particular value ਆ ਗਈ 6th symbol ਦੇ corresponding तो 9th symbol ਦੇ ਅਗਰ ਤੁਸੀਂ represent ਕਰੋਗੇ Z-axis diagram ਦੇ ਉੱਪਰ ਤਾਂ ਇਸ ਤਰ੍ਹਾਂ ਦੀ ਕੋਈ diagram ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ तो ਸਿੰਪਲ diagram ਹੈ ਕੁਝ ਨਹੀਂ ਹੈ ਇਹ ਵੈਕਟੋਰੀਅਲ ਫਾਰਮ ਦਿੱਤੀ ਹੋਈ ਹੈ ਤੁਸੀਂ ਇਹਨੂੰ represent ਕਰ ਸਕਦੇ ਹੋ ਠੀਕ ਹੈ ਬੇਟਾ ਸੋ ਇਹ ਸੀਗਾ ਬੇਸਿਕ ਆਰਕੀਟੈਕਚਰ ਫॉर ਦੀ 6J 9J ਸਿੰਬਲਸ ਜਿਹੜਾ ਕਿ ਆਪਾਂ ਇੰਟਰਪ੍ਰੀਟ ਕਰਨਾ ਹੈ ਸੋ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗਾ ਬੇਟਾ MK ਪੌਲ ਦੇ ਵਿੱਚ ਕੀ ਲਿਖਿਆ ਹੋਇਆ ਐਂਡ ਰॉय ਨਿਗਮ ਦੀ ਬੁੱਕ ਦੇ ਵਿੱਚ ਕੀ ਲਿਖਿਆ ਹੋਇਆ ਜਿਹੜੇ ਕਿ ਤੁਹਾਡੇ ਸਿਲੇਬਸ ਦੀ ਮੋਸਟ ਇੰਪੋਰਟੈਂਟ ਬੁੱਕਸ ਹੈਗੀਆਂ हाँ जी बेटा सो सब तो पहला तो आई होप ਤੁਹਾਡੀ ਸਕਰੀਨ ਕਲੀਅਰ ਹੋਏਗੀ ਇਹ MK ਪੌਲ ਦੀ ਬੁੱਕ ਹੈ ਮੈਂ ਸਿਰਫ ਤੁਹਾਨੂੰ ਦਿਖਾਣਾ ਹੀ ਹੈ ਬੇਟਾ ਉਹਦੇ ਵਿੱਚ ਤੁਹਾਨੂੰ ਆਟੋਮੈਟਿਕਲੀ ਪਤਾ ਲੱਗ ਜਾਏਗਾ ਕਿ ਕੀ ਲਿਖਿਆ ਹੋਇਆ ਆਰਬਿਟਲ ਐਂਗਲ ਮੋਮੈਂਟਮ ਦਾ ਕਨਸੈਪਟ ਡਿਸਕਸ ਕੀਤਾ ਹੋਇਆ ਹੈ ਇਹ ਬਿਲਕੁਲ ਸਿੰਪਲ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਸਫੈਰਿਕਲ ਹਾਰਮੋਨਿਕਸ ਲੈਜੈਂਡਰੀ ਪੋਲੀਨੋਮੀਅਲਸ ਦਿੱਤੀਆਂ ਹੋਈਆਂ ਲੇਕਿਨ ਇਹ ਆਪਣੇ ਕੰਮ ਦੀ ਨਹੀਂ ਹੈ ਫਿਲਹਾਲ ਦੀ ਘੜੀ ਆਪਣੇ ਜਿਹੜੀ ਕੰਮ ਦੀ ਚੀਜ਼ ਹੈ ਉਹ ਅੱਗੇ ਆਉਣਗੀ ਸੋ ਐਂਗਲ ਮੋਮੈਂਟਮ ਲਿਖਿਆ ਹੋਇਆ ਬੇਟਾ ਕੌਰਡ ਐਂਡ ਸ਼ਾਰਟਲੀ ਨੇ ਦਿੱਤਾ ਸੀਗਾ ਡਿਟੇਲਸ ਐਂਗਲ ਮੋਮੈਂਟਮ ਕਪਲਿੰਗ ਇਹ ਜਿਹੜੀ ਚੀਜ਼ ਤੁਸੀਂ ਕੁਆਂਟਮ ਮਕੈਨਿਕਸ ਪੜ੍ਹਦੇ ਹੋ ਗੁੱਡ ਕੁਆਂਟਮ ਨੰਬਰ ਬੈਡ ਕੁਆਂਟਮ ਨੰਬਰ ਇਹ ਜਿਹੜਾ ਕਨਸੈਪਟ ਹੈ ਨਿਊਕਲੀਅਰ ਫਿਜ਼ਿਕਸ ਤੋਂ ਇਵੋਲਵ ਹੁੰਦਾ ਹੈ ਉੱਤੇ ਗੁੱਡ ਕੁਆਂਟਮ ਨੰਬਰ ਦਾ ਕਨਸੈਪਟ ਘੱਟ ਦੱਸਿਆ ਜਾਂਦਾ ਬੇਟਾ ਸਪਿਨ ਐਂਗਲ ਮੋਮੈਂਟਮ ਜਿਹੜਾ ਹੈ ਉਹਨੂੰ ਕਿਸ ਤਰ੍ਹਾਂ ਇਵੋਲਵ ਕੀਤਾ ਜਾਂਦਾ ਹੈ ਉਸ ਤੋਂ ਵੀ ਲਿਖਿਆ ਹੋਇਆ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਆਉਂਦੀਆਂ ਇਹ ਅਪੈਂਡਿਕਸ ਦਾ ਪਾਰਟ ਹੈ ਬੇਟਾ ਮਤਲਬ ਜਿਹੜੀ ਬੁੱਕ ਦੇ ਲਾਸਟ ਪਾਰਟ ਵਿੱਚ ਦਿੱਤੀਆਂ ਹੁੰਦੀਆਂ ਚੀਜ਼ਾਂ ਇਹ ਵਾਲਾ ਪਾਰਟ ਹੈ ਹੁਣ ਇਸ ਤੋਂ ਬਾਅਦ ਜਿਹੜੀ ਇੰਪੋਰਟੈਂਟ ਚੀਜ਼ ਹੈ ਕਪਲਿੰਗ ਆਫ ਟੂ ਐਂਗਲ ਮੋਮੈਂਟਾ ਕਪਲਿੰਗ ਆਫ ਟੂ ਐਂਗਲ ਮੋਮੈਂਟਾ ਉਸ ਨੂੰ ਅਗਰ ਆਪਾਂ ਕਰਨ ਦੀ ਗੱਲ ਕਰਾਂਗੇ J1 J2 ਐਂਡ M1 M2 ਅਗਰ ਇਹਨਾਂ ਦੋਨਾਂ ਨੂੰ ਕਪਲ ਕਰਨ ਦੀ ਗੱਲ ਕਰੋਗੇ ਤਾਂ ਉਸ ਕੇਸ ਦੇ ਵਿੱਚ ਆਪਣੇ ਕੋਲ ਕੀ ਆਏਗਾ J1 J2 J and M ਉਹਦੇ corresponding ਤੁਹਾਡੇ ਕੋਲ ਜਿਹੜਾ ਕੋਐਫੀਸ਼ੀਐਂਟ ਬਣਾਇਆ ਜਾਏਗਾ it will be written in terms of this value ਇਹ ਤਾਂ ਜਿਹੜਾ ਕੋਐਫੀਸ਼ੀਐਂਟ ਹੈ ਇਹ ਤੁਹਾਡਾ CG ਕੋਐਫੀਸ਼ੀਐਂਟ ਹੋ ਗਿਆ ਉੱਥੇ ਆਪਾਂ ਸਾਈ J1 J2 J and M ਲਿਖਿਆ ਹੈ ਬੇਟਾ ਜਿੱਥੇ ਮੈਂ ਸਾਈ ਲਿਖਿਆ ਹੋਇਆ ਉਹ ਤੁਸੀਂ ਗੈਟ ਪਾ ਦਿਓ ਉਹਨੂੰ ਕੰਬੀਨੇਸ਼ਨ ਬਣਾ ਕੇ ਬਰਾ ਪਾ ਦਿਓ ਅਲਟੀਮੇਟਲੀ ਸਿੰਬਲ ਉਹੀ ਬਣ ਜਾਣਗੇ ਜਿਹੜੇ ਕਿ ਆਪਾਂ ਨੇ ਨੋਟ ਕੀਤੇ ਹੋਏ ਇਸੇ ਕਰਕੇ ਮੈਂ ਸਾਈ ਦੀ ਫਾਰਮ ਦੇ ਵਿੱਚ ਲੈ ਕੇ ਆਇਆ ਸੀ ਤੁਹਾਡੇ ਕੋਲ ਮਟੀਰੀਅਲ ਸੋ ਇਹ ਤੁਹਾਡੇ ਕੋਲ ਇੰਡੀਪੈਂਡੈਂਟ ਸਿਸਟਮ ਹੈ ਦੋਨੋਂ ਕਪਲ ਹੋ ਕੇ ਬਣਾਣਗੇ J1 J2 J and M ਇਹਦੇ ਵਿੱਚ ਤੁਸੀਂ ਇਹਨੂੰ ਦੇਖ ਲਓ ਬੇਟਾ ਇਹ ਦਿੱਤੋ ਉਹੀ ਚੀਜ਼ ਬਣ ਜਾਏਗੀ ਜਿਹੜੀ ਰਾਈਟ ਲੈਫਟ ਹੈਂਡ ਸਾਈਡ ਦੇ ਉੱਪਰ ਲਿਖੀ ਹੋਈ ਹੈ ਠੀਕ ਹੈ ਜੀ ਫਿਰ ਤੁਸੀਂ ਚੈੱਕ ਕਰ ਸਕਦੇ ਹੋ J1 J2 M1 M2 ਇਹ ਤੁਹਾਡਾ ਇੰਡੀਪੈਂਡੈਂਟ ਸਿਸਟਮ ਹੋ ਗਿਆ ਇਹਨੂੰ ਕਪਲਿੰਗ ਕਰਕੇ ਕੀ ਬਣਾਇਆ J1 J2 ਐਂਡ J and M ਇਹ ਵਾਲੀ ਚੀਜ਼ ਦੂਸਰੀ ਸਾਈਡ ਲੈ ਜਾਓਗੇ ਤਾਂ ਅਲਟੀਮੇਟਲੀ ਤੁਹਾਡੇ ਕੋਲ ਰਿਜ਼ਲਟ ਉਸੇ ਤਰ੍ਹਾਂ ਦਾ ਬਣ ਜਾਏਗਾ ਸੋ ਉਸ ਤੋਂ ਬਾਅਦ ਕੀ ਹੈ ਬੇਟਾ J1 J2 J M1 M2 and M ਇਹ ਦੋਨਾਂ ਦੀ ਕਪਲਿੰਗ ਹੈ ਤੇ ਕਾਮਨ ਸਿੰਬਲ ਕੀ ਬੇਟਾ J1 J2 ਨੂੰ ਕਪਲ ਕਰਕੇ J ਬਣਾਤਾ M1 and M2 ਨੂੰ ਕਪਲ ਕਰਕੇ ਕੈਪੀਟਲ M ਬਣਾਤਾ M ਬਣਾਤਾ ਤੁਹਾਡੇ ਕੋਲ ਇਹਦੇ ਵਿੱਚ ਰੈਸਟ੍ਰਿਕਸ਼ਨ ਕੀ ਹੋਗੀ M1 M2 M ਦੇ ਬਰਾਬਰ ਹੋ ਗਿਆ J1 J2 ਤੋਂ ਲੈ ਕੇ ਤੁਹਾਡੇ ਕੋਲ J1 J2 ਦੇ ਵਿਚਕਾਰ ਲਾਈ ਕਰਨਾ ਚਾਹੀਦਾ ਆਰਥੋਗੋਨੈਲਿਟੀ ਕੰਡੀਸ਼ਨਾਂ ਲਿਖੀਆਂ ਹੋਈਆਂ ਬੇਟਾ ਉਸ ਤੋਂ ਬਾਅਦ ਤੁਹਾਡੇ ਕੋਲ ਸਿਮੈਟਰੀ ਪ੍ਰੋਪਰਟੀਜ਼ ਦਿੱਤੀਆਂ ਹੋਈਆਂ ਇੱਕ ਚੀਜ਼ ਯਾਦ ਰੱਖਿਓ ਬੇਟਾ ਤੁਹਾਡੇ ਕੋਲ ਇੱਥੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਸਕੁਅਰ ਬ੍ਰੈਕਟ ਦੇ ਅੰਦਰ J ਲਿਖਿਆ ਹੋਇਆ so this is not a simple J it means 2J plus 1 I repeat it means 2J plus 1 ਅਗਰ ਬ੍ਰੈਕਟ ਦੇ ਅੰਦਰ ਕੱਲਾ J ਲਿਖਿਆ ਹੋਇਆ ਤਾਂ ਮਤਲਬ 2J plus 1 ਹੋਏਗਾ ਅਗਰ ਬ੍ਰੈਕਟ ਦੇ ਅੰਦਰ J2 ਲਿਖਿਆ ਹੋਇਆ ਮਤਲਬ ਸਿੰਪਲ ਪਾਇਆ ਹੋਇਆ
2J2 plus 1 ਦੇ ਬਰਾਬਰ ਹੋ ਜਾਏਗਾ। ਸੋ ਇਟ ਵਿਲ ਬੀ 2J1 plus 1, it will be 2J plus 1। ਸੋ 2J plus 1 ਦਾ ਕਨਸੈਪਟ ਇੱਥੇ ਆਏਗਾ। ਸੋ ਇਹਨੂੰ ਸਿੰਪਲੀਫਾਈ ਕਰਕੇ ਲਿਖਿਆ ਹੋਇਆ ਹੈ। ਅਲਟੀਮੇਟਲੀ ਤੁਸੀਂ ਚੈੱਕ ਕਰ ਸਕਦੇ ਹੋ ਸਕੁਅਰ ਬ੍ਰੈਕਟ ਦੇ ਅੰਦਰ a ਦਾ ਮਤਲਬ ਕੀ ਹੋ ਗਿਆ 2a plus 1। ਅਗਰ ਸਕੁਅਰ ਬ੍ਰੈਕਟ ਦੇ ਅੰਦਰ J1 J2 ਲਿਖਿਆ ਹੋਇਆ ਮਤਲਬ ਕਿ ਇਹ J1 ਦਾ ਬ੍ਰੈਕਟ ਹੋ ਜਾਏਗਾ J2 ਦਾ ਬ੍ਰੈਕਟ ਹੋ ਜਾਏਗਾ। ਸੋ ਪਲੀਜ਼ ਟੇਕ ਕੇਅਰ ਆਫ ਆਲ ਦਿਸ ਸਟਫ। ਠੀਕ ਹੈ ਜੀ। ਸਿਮੈਟਰੀ ਪ੍ਰੋਪਰਟੀਜ਼ ਤੁਹਾਡੇ ਕੋਲ ਆ ਜਾਣੀਆਂ ਚਾਹੀਦੀਆਂ। ਉਸ ਤੋਂ ਬਾਅਦ ਬੇਟਾ ਇਹਨਾਂ ਨੇ ਲਿਖਿਆ ਹੋਇਆ ਤੁਹਾਡੇ ਕੋਲ ਕਲੈਪਸ ਸਿੰਪਲੀ ਸਪੈਸ਼ਲ ਕਲੈਪਸ ਕਾਰਡਨ ਕੋਐਫੀਸ਼ੀਐਂਟ। ਇਹ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਲੈਂਦੇ ਬੇਟਾ ਤੁਹਾਡੇ ਕੋਲ ਸਿਮੈਟਰੀ ਪ੍ਰੋਪਰਟੀਜ਼ ਅਕੋਰਡਿੰਗ ਅਗਰ J ਐਂਡ J1 J2 ਤੁਹਾਡੇ ਕੋਲ ਦਿੱਤਾ ਹੋਇਆ, ਅਗਰ J1 ਤੁਹਾਡੇ ਕੋਲ ਦਿੱਤਾ ਹੋਇਆ ਨॉन ਜ਼ੀਰੋ ਹੈ, M1 ਨॉन ਜ਼ੀਰੋ ਹੈ ਤੁਹਾਡੇ ਕੋਲ, J2 ਲੇਕਿਨ 0 ਹੋ ਗਿਆ, M2 0 ਹੋ ਗਿਆ ਤਾਂ ਅਲਟੀਮੇਟਲੀ ਉਹਦੀ ਵੈਲਿਊ 1 ਹੋ ਜਾਏਗੀ। ਇਫ ਆਈਦਰ ਆਫ ਦੀ ਕਾਲਮ ਇਜ਼ 0 ਦੈਨ ਆਊਟਪੁੱਟ ਵਿਲ ਬੀ 1। ਠੀਕ ਹੈ ਜੀ। ਸੋ ਇਸ ਕੇਸ ਦੇ ਵਿੱਚ ਤੁਹਾਡੇ ਕੋਲ ਰਿਜ਼ਲਟ ਆ ਜਾਣਗੇ। एक मिनट बेटा। सो इस केस ਦੇ ਵਿੱਚ ਆਪਣੇ ਕੋਲ ਰਿਜ਼ਲਟ ਬਣਨਗੇ। हाँ जी बेटा बहुत ही स्टार्ट करांगे। तो लाइट की प्रॉब्लम जरूर आती है, कई बार लाइट चली जाती है। मैं हॉटस्पॉट से ऑन किया। आई होप तुहानू चीज़ां क्लीयर होणगियां। ये कॉल ठीक है जी। सो ਆਪਾਂ ਉੱਥੇ ਪਹੁੰਚੇ ਹੋਏ ਬੇਟਾ, ਸਟਾਰਟਿੰਗ ਉੱਥੇ ਹੀ ਕਰਦੇ। ਸੋ ਕਲੈਪਸ ਕਾਰਡਨ ਕੋਐਫੀਸ਼ੀਐਂਟ ਅਗਰ ਆਪਣੇ ਕੋਲ ਜਿਹੜਾ 3J ਸਿੰਪਲ ਹੈ ਉਹਦੇ ਕੋਰਸਪੋਂਡਿੰਗ ਅਗਰ ਆਪਣੇ ਕੋਲ ਇੱਕ ਵੀ ਕਾਲਮ 0 ਹੋ ਜਾਂਦਾ ਹੈ ਉਹਦੇ ਕੋਰਸਪੋਂਡਿੰਗ ਆਊਟਪੁੱਟ ਰਿਜ਼ਲਟ 1 ਆ ਜਾਏਗਾ। ਅਗਰ ਤੁਹਾਡੇ ਕੋਲ ਰਿਜ਼ਲਟ ਫਾਈਨਲ ਪੈ ਜਿਹੜੀ ਬ੍ਰੈਕਟ 0 ਹੋ ਜਾਂਦੀ ਹੈ, ਫਾਈਨਲ ਕਾਲਮ 0 ਹੋ ਜਾਂਦਾ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਇਸ ਤਰ੍ਹਾਂ ਦਾ ਰਿਜ਼ਲਟ ਆ ਜਾਏਗਾ। ਸੋ ਇਹ ਚੀਜ਼ਾਂ ਤੁਸੀਂ ਬੇਟਾ ਯਾਦ ਰੱਖਣੀਆਂ। ਇਹ ਸਪੈਸ਼ਲ ਚੀਜ਼ਾਂ ਹੈ, ਇਹ ਪੇਪਰ ਵਿੱਚ ਬਹੁਤ ਵਾਰ ਪੁੱਛ ਲੈਂਦੇ ਹੁੰਦੇ ਜਿਸ ਤਰ੍ਹਾਂ ਇਦਾਂ ਦੀ ਚੀਜ਼ਾਂ ਜਿਹੜੀਆਂ ਪ੍ਰੋਪਰਟੀਜ਼ ਵਗੈਰਾ। ਫਾਰਮੂਲਾ ਫॉर न्यूमेरिकल कंपटीशन। इन न्यूमेरिकल कंपटीशन बेटा ਜਿਹੜਾ 3J ਸਿੰਬਲ ਦਿੱਤਾ ਹੋਇਆ ਤੁਹਾਡੇ ਕੋਲ ਕੋਰਸਪੋਂਡਿੰਗ ਉਹਦੀ ਕੋਰਸਪੋਂਡਿੰਗ ਜਿਹੜੀ न्यूमेरिकल कंपटीशन ਹੈ ਉਹਨੂੰ ਫਾਈਂਡ ਆਊਟ ਕਰਨ ਦੇ ਲਈ ਇੰਨਾ ਲੰਬਾ ਚੌੜਾ ਤੁਸੀਂ ਫਾਰਮੂਲੇ ਨੂੰ ਰਿਜ਼ਲਟ ਬਣਾਓਗੇ। ਕਪਲਿੰਗ ਆਫ 3 ਐਂਗਲ ਮੋਮੈਂਟਾ ਤੁਹਾਡੇ ਕੋਲ ਆ ਜਾਏਗਾ। ਕਪਲਿੰਗ ਆਫ 3 ਐਂਗਲ ਮੋਮੈਂਟਾ J1 J2 J3 ਆ ਗਿਆ ਬੇਟਾ। ਉਹਦੇ ਕੋਰਸਪੋਂਡਿੰਗ ਤੁਸੀਂ ਇੱਥੇ ਦੋ ਸਕੀਮਸ ਯੂਜ਼ ਕਰ ਸਕਦੇ ਹੋ, ਤੁਹਾਡੀ ਸਕਰੀਨ ਦੇ ਉੱਪਰ ਵਿਜ਼ੀਬਲ ਹੋਏਗਾ ਬੇਟਾ। ਤੁਸੀਂ ਇਸੇ ਨੋਟ ਡਾਊਨ ਕਰੋ। J1 J2 ਦੇ ਕਾਲਮ ਨੂੰ ਮਿਕਸ ਕਰਕੇ ਤੁਸੀਂ J12 ਬਣਾਓਗੇ। J12 ਦੇ ਕੋਰਸਪੋਂਡਿੰਗ ਤੁਹਾਡੇ ਕੋਲ J3 ਹੈ। J12 ਨੂੰ J3 ਨਾਲ ਮਿਕਸ ਕਰੋਗੇ ਤਾਂ ਅਲਟੀਮੇਟਲੀ ਟੋਟਲ ਐਂਗਲ ਆਫ ਮੋਮੈਂਟਮ ਐਂਡ ਕੁਆਂਟਮ ਨੰਬਰ ਤੇ m ਬਣ ਜਾਏਗਾ ਤੁਹਾਡੇ ਕੋਲ। उसके कोरस्पोंडिंग अगर 2-3 कपल किया तो 2-3 बन जाएगा। उसके कोरस्पोंडिंग J1 में मिक्स करके टोटल एंगल ऑफ मोमेंटम बना दो तो अल्टीमेटली ਤੁਹਾਡੇ ਕੋਲ रिजल्ट इस तरह ਦਾ आ जाएगा। सो सारी चीजें वही लिखी हुई हैं बेटा, बस इतने की नोटेशन का फर्क है। सो आइदर यू कैन चूज J1 2 कपलिंग। सो आई होप ਤੁਹਾਨੂੰ क्लियर होएगा बेटा। J1 J2 ਦੇ ਕੋਰਸਪੋਂਡਿੰਗ J1 2 ਐਂਡ ਟੋਟਲ ਐਂਗਲ ਆਫ ਮੋਮੈਂਟਮ J3 J ਹੋ ਗਿਆ। 3 ਦੇ ਨਾਲ ਕਪਲ ਕਰੋਗੇ ਤਾਂ ਉਹਦੇ ਅਗਰ ਇਸ ਨੂੰ ਅਗਰ ਆਪਾਂ 2 3 ਦੇ ਨਾਲ ਮਿਕਸ ਕਰਾਂਗੇ ਤਾਂ अगर बिकॉज J12 स्कीम जी है J23 स्कीम है ये दोनों एक दूसरे के दूसरे सेम थिंग दो पहलू है। इस करके यूनिटरी ट्रांसफॉर्मेशन के नाल इन्हां नूं डिनोट किया जाना चाहिए। दे शुड बी इंटरमीडिएट दे शुड बी रिलेटेड विद द टर्म्स ऑफ यूनिटरी ट्रांसफॉर्मेशन। इस करके यू लिखा हुआ है बेटा, यूनिटरी ट्रांसफॉर्मेशन लिखी हुई है J1 J2 J एंड J3। वही चीज़ है जी राका कोएफिशिएंट्स आते हैं बेटा। ठीक है, तो राका कोएफिशिएंट्स का नाम दिता जाता है। फिर प्रॉपर्ली ये एक्सप्लेनेशन नहीं मिलेगी। सो जेडे राका कोएफिशिएंट्स है वो W सिंपल्स के नाल किस तरह रिलेट किए हुए हैं बेटा वो लिखा हुआ है। तो ਤੁਸੀਂ ਇਹਨੂੰ ਧਿਆਨ ਦੇ ਵਿੱਚ ਰੱਖ ਕੇ ਦੇਖ ਸਕਦੇ ਹੋ। अगर ਤੁਸੀਂ ਸਿੰਪਲੀਫਾਈਡ ਫਾਰਮ ਚ ਲਿਖਣਾ ਹੈ ਤਾਂ ਇਦਾਂ ਲਿਖ ਲਓ, ਅਗਰ ਇਲੈਬੋਰੇਟਡ ਫਾਰਮ ਦੇ ਵਿੱਚ ਲਿਖਣਾ ਜਿਸ ਤਰ੍ਹਾਂ ਮੈਂ ਲਿਖਿਆ ਹੋਇਆ ਉਹ ਤਾਂ ਲਿਖ ਸਕਦੇ ਹੋ। ऑर्थोगोनैलिटी प्रॉपर्टीज ਦਿੱਤੀਆਂ ਹੋਈਆਂ ਉਹ ਵੀ ਦਿੱਤਾ ਹੋਇਆ, ਸਾਰਾ ਕੁਝ ਦਿੱਤਾ ਹੋਇਆ बेटा। तो राका कोएफिशिएंट ਇਹ ਦਿੱਤਾ ਹੋਇਆ, ਸੋ ਰਾਕਾ ਲਿਖਿਆ ਹੋਇਆ बेटा। ਉਸ ਤੋਂ ਬਾਅਦ ਸਿਮੈਟਰੀ ਪ੍ਰੋਪਰਟੀਜ਼ ਨੂੰ ਇੰਟਰਫੇਅਰ ਮੈਂਸ਼ਨ ਕੀਤਾ ਹੋਇਆ बेटा। स्पेशल केसेस लिखे हुए हैं, अगर टोटल एंगल मोमेंटम 0 हो जाता है की होएगा की नहीं होएगा। डेल्टा इनइक्वालिटी तो क्लैप्स कोऑर्डिनेट 6 सिंपल तो ਇਹਦਾ ਰਾਕਾ ਕੋਐਫੀਸ਼ੀਐਂਟ ਸਾਨੂੰ ਸਿੰਪਲੀਫਾਈਡ ਫਾਰਮ ਦੇ ਵਿੱਚ ਲਿਖਣ ਦੇ ਲਈ ਤੁਸੀਂ ਇਹਨੂੰ ਲਿਖ ਸਕਦੇ ਹੋ J1 J2 J12 ਮਿਕਸ ਕਰ ਬਣਾ ਸਕਦੇ ਹੋ। M1 M2 ਦਾ ਮਿਕਸ ਬਣਾ ਕੇ J1 M2 ਬਣਾ ਸਕਦੇ ਹੋ। ਉਸ ਤੋਂ ਬਾਅਦ ਜਿਹੜੇ 4 ਦੇ ਸਿੰਪਲਸ ਹੈ ਸੌਰੀ ਜਿਹੜਾ ਰਾਕਾ ਕੋਐਫੀਸ਼ੀਐਂਟ ਹੈ ਰਾਕਾ ਕੋਐਫੀਸ਼ੀਐਂਟ ਨੂੰ ਤੁਸੀਂ 4 डिफरेंट ਜਿਹੜਾ ਸਿੰਪਲਸ ਦੇ ਕੋਰਸਪੋਂਡਿੰਗਲੀ ਮਿਕਸ ਕਰਕੇ ਤੁਸੀਂ ਲਿਖ ਸਕਦੇ ਹੋ। ਇਹ ਚੀਜ਼ ਆਪਾਂ ਆਲਰੇਡੀ ਪੜ੍ਹੀ ਹੋਈ ਹੈ ਬੇਟਾ। ਸੋ ਇਹ ਚੀਜ਼ ਆਪਾਂ ਮਿਕਸ ਕਰਕੇ ਲਿਖੀ ਹੋਈ ਹੈ। ਸੋ ਸੇਮ ਚੀਜ਼ ਹੈ ਜਿਹੜੀ ਤੁਸੀਂ MK ਪॉल ਦੇ ਵਿੱਚ ਲਿਖਿਆ ਹੋਇਆ।
सो आपको अपने को गिनती तो 10 मिनट है बेटा। सो अज तक मोस्टली एमके पॉल ही कवर होएगी। और कल मैं ਤੁਹਾਨੂੰ रॉय एंड निगम ਦੇ ਵਿੱਚ ਕੀ ਲਿਖਿਆ ਹੋਇਆ ਉਹ ਵੀ ਦਿਖਾ ਦਿੰਦਾ। ਸੋ ਨਿਊਮੈਰੀਕਲ ਕੰਪੀਟੀਸ਼ਨ ਹੈ, ਜਿਹੜੇ ਡਬਲਯੂ ਸਿੰਬਲਸ ਹੈ, ਜਿਹੜੇ ਰਾਕਾ ਕੋਐਫੀਸ਼ੀਐਂਟਸ ਹੈ, ਉਹਦੇ ਵਿੱਚ ਕੀ ਹੈ ਡਬਲਯੂ ਜਿਹੜੇ ਸਿੰਬਲਸ ਆਣਗੇ ਉਹਨੂੰ ਤੁਸੀਂ ਅਗਰ ਮੈਨੂਅਲੀ ਇਵੈਲੂਏਟ ਕਰਨਾ ਹੈ ਤਾਂ ਇਹਨਾਂ ਲੰਬਾ ਚੌੜਾ ਤੁਹਾਨੂੰ ਜਿਹੜਾ ਫਾਰਮੂਲਾ ਹੈ ਉਹ ਤੁਹਾਨੂੰ ਕੈਲਕੂਲੇਟ ਕਰਨਾ ਹੋਵੇਗਾ। ਸੋ ਕਪਲਿੰਗ ਆਫ 4 एंगल मोमेंटा ਕੀ ਹੋ ਗਿਆ ਬੇਟਾ 9 ਦੇ ਸਿੰਬਲ ਦੇ ਕੋਰਸਪੋਂਡਿੰਗ ਹੋ ਗਿਆ। ठीक है जी। सो ਤੁਸੀਂ ਕੀ ਕਰ ਸਕਦੇ ਹੋ 4 एंगल मोमेंटा ਨੂੰ ਤੁਸੀਂ ਕਪਲ ਕਰੋਗੇ ਬੇਟਾ ਕੀ ਆਏਗਾ ਯੂ ਕੈਨ ਵਿਲ ਬੀ ਕਪਲਿੰਗ ਆਈਦਰ 1 2 ਨੂੰ ਕਪਲ ਕਰ ਸਕਦੇ ਹੋ 3 4 ਨੂੰ ਕਪਲ ਕਰ ਸਕਦੇ ਹੋ 1 2 ਐਂਡ 3 4 ਨੂੰ ਕਪਲ ਕਰਕੇ ਟੋਟਲ एंगल मोमेंटा ਬਣਾ ਸਕਦੇ ਹੋ ਜਿਸ ਤਰ੍ਹਾਂ ਮੈਂ ਆਪਣੇ ਨੋਟਸ ਵਿੱਚ ਵੀ ਲਿਖਿਆ ਹੋਇਆ ਹੈ। ਤੇ ਜ਼ਿਆਦਾ ਡਿਟੇਲ ਮੈਂ ਡਿਸਕਸ ਨਹੀਂ ਸੀ ਕੀਤੀ, ਮੈਂ ਤੁਹਾਨੂੰ ਸਿਰਫ ਤੇ ਸਿਰਫ 9 ਦੇ ਸਿੰਬਲ ਹੀ ਦਿਖਾਏ ਸੀ। ਇਸ ਤਰ੍ਹਾਂ 1 2 ਐਂਡ 2 3 ਸੀਗਾ, ਉਸੇ ਤਰ੍ਹਾਂ 1 2 ਨੂੰ ਕਪਲ ਕਰਕੇ 3 4 ਨੂੰ ਕਪਲ ਕਰਕੇ ਟੋਟਲ ਬਣਾ ਦਿਓ ਜਾਂ ਫਿਰ 1 3 ਐਂਡ 2 4 ਨੂੰ ਸੈਪਰੇਟਲੀ ਕਪਲ ਕਰਕੇ ਫਾਈਨਲ ਰਿਜ਼ਲਟ ਤੁਸੀਂ ਬਣਾ ਸਕਦੇ ਹੋ। ठीक है जी। सो ये ਤੁਹਾਡੇ 9 ਦੇ ਸਿੰਬਲ ਹੋ ਜਾਣਗੇ। ਸੋ ਦੇ ਵਿਲ ਬੀ 1 2 3 4 ਐਂਡ jm। ਸੋ ਇਹਦੇ ਕੋਰਸਪੋਂਡਿੰਗ 1 2 3 4 ਐਂਡ jm ਆ ਜਾਏਗਾ। ਲੇਕਿਨ ਮੈਂ ਤੁਹਾਨੂੰ ਕੀ ਨੌਲੇਜ ਦਿੱਤੀ ਸੀ ਬੇਟਾ ਦੈਟ ਵਾਸ ls ਕਪਲਿੰਗ ਐਂਡ jj ਕਪਲਿੰਗ। ਉਹ ਜ਼ਿਆਦਾ ਬੈਟਰ ਨੌਲੇਜ ਹੈ ਜਿਹਦੇ ਵਿੱਚ ਤੁਹਾਨੂੰ ਪਾਰਟਿਕੂਲਰਲੀ ਪਤਾ ਲੱਗ ਜਾਂਦਾ ਕਿ 9 ਸਿੰਬਲ ਜਾਂ 9 ਦੇ ਸਿੰਬਲ ਯੂਜ਼ ਕਿੱਥੇ ਹੋਣਗੇ। ਠੀਕ ਹੈ। ਸੋ ਇਹ ਸਾਰੀ ਜਿਹੜੀ ਨੌਲੇਜ ਹੈ ਤੁਹਾਡੇ ਕੰਮ ਦੀ ਹੈ। ਸੋ ਜਿਹੜੇ ਇਹਦੇ ਵਿੱਚ ਲਿਖਿਆ ਹੋਇਆ जे कपलिंग ਦੇ ਕੋਰਸਪੋਂਡਿੰਗ ਕਿਹੜਾ ਕੋਐਫੀਸ਼ੀਐਂਟ ਆਏਗਾ ls ਦੇ ਕਪਲਿੰਗ ਅਗਰ ਆਪਾਂ ਇਨਵਰਟ ਕਰਕੇ ਲਿਖਿਆ ਹੋਇਆ ਤਾਂ ਕਿਹੜਾ ਕੋਐਫੀਸ਼ੀਐਂਟ ਆਏਗਾ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ। ਇਹਦੇ ਵਿੱਚ ਲਿਖਿਆ ਹੋਇਆ ਬੇਟਾ s1 ਜਿਹੜਾ ਹੈ ਐਂਡ s2 ਹੈ ਬਿਕੋਜ਼ ਸਪਿਨ ਐਂਗੂਲਰ ਮੋਮੈਂਟਮ ਕੀ ਹੁੰਦਾ ਬੇਟਾ 1/2 h क्रॉस ਐਂਡ s2 ਵੀ ਤੁਹਾਡਾ 1/2 h क्रॉस ਹੈ। ਇਸ ਕਰਕੇ ਆਪਾਂ ਇਹਨੂੰ ਵੇਰੀ ਨਹੀਂ ਕੀਤਾ ਹੋਇਆ, ਇਸ ਕਰਕੇ ਸਿੰਪਲੀ ਲਿਖਿਆ ਹੋਇਆ s1 s2 ਦੇ ਲਿਖਿਆ 1/2 ਲਿਖਿਆ ਹੋਇਆ। ठीक है जी। तो ਇਹਦੇ ਵਿੱਚ ਮੈਂਸ਼ਨ ਵੀ ਕੀਤਾ ਹੋਇਆ ਟੋਟਲ ਐਂਗੂਲਰ ਮੋਮੈਂਟਮ ਸਪਿਨ ਐਂਗੂਲਰ ਮੋਮੈਂਟਮ ਕੀ ਹੋ ਜਾਏਗਾ 1/2 + 1/2 1 बन जाएगा 1/2 - 1/2 0 आ जाएगा। सो दो ही ਤੁਹਾਡੇ ਕੰਬੀਨੇਸ਼ਨ ਪੋਸੀਬਲ ਹੋਣਗੇ। ਸੋ 9 ਦੇ ਸਿੰਬਲ ਦੇ ਕੋਰਸਪੋਂਡਿੰਗ ਤੁਹਾਡੇ ਕੋਲ ਵੈਲਿਊਜ਼ ਆਣਗੀਆਂ, ਆਰਥੋਗੋਨੈਲਿਟੀ ਤੁਹਾਡੇ ਕੋਲ ਕੰਡੀਸ਼ਨ ਵੀ ਆ ਜਾਏਗੀ ਐਂਡ ਅਲਟੀਮੇਟਲੀ ਤੁਹਾਡੇ ਕੋਲ ਜਿਹੜਾ ਸਿੰਬਲ ਬਣਿਆ ਹੋਇਆ ਉਹਦੇ ਕੋਰਸਪੋਂਡਿੰਗ ਰਿਜ਼ਲਟ ਬਣ ਜਾਣਗੇ। ਸੋ ਇਨ 9 ਦੇ ਸਿੰਬਲਸ ਇਨ ਟਰਮਸ ਆਫ 6 ਦੇ ਸਿੰਬਲ ਵੀ ਤੁਸੀਂ ਲਿਖ ਸਕਦੇ ਹੋ, ਉਹ ਵੀ ਵੈਲਿਊਜ਼ ਲਿਖੇ ਹੋਏ ਆ ਬੇਟਾ। ਸੋ ਟੇਬਲਸ ਆਫ ਐਂਗੂਲਰ ਮੋਮੈਂਟਮ ਕਪਲਿੰਗ ਕੋਐਫੀਸ਼ੀਐਂਟਸ ਸੋ ਆਏ ਤੁਹਾਡੇ ਕੋਲ ਦਿੱਤੇ ਹੋਏ ਆ ਬੇਟਾ। काफी सारी वैल्यूज दी हुई है जिस तरह ਤੁਹਾਨੂੰ ਮੈਂ ਕਿਹਾ ਸੀਗਾ ਕਿ ਅਗਰ j ਤੁਹਾਡਾ j तो j + 1 ਹੋ ਜਾਏਗਾ ਤੁਹਾਡੇ ਕੋਲ j - 1/2 ਹੋ ਜਾਏਗਾ। j ਪ੍ਰਾਈਮ ਅਗਰ 1/2 ਹੈ ਤਾਂ ਉਹਦੇ ਕੋਰਸਪੋਂਡਿੰਗ ਤੁਹਾਡੇ ਕੋਲ ਕੀ ਰਿਜ਼ਲਟ ਬਣੇਗਾ ਅਗਰ j ਪ੍ਰਾਈਮ ਤੁਹਾਡਾ 1 ਦੇ ਬਰਾਬਰ ਹੈ ਅਗਰ ਉਹਦੇ ਕੋਰਸਪੋਂਡਿੰਗ j + 1 j - 1 ਆਏਗਾ ਤਾਂ ਤੁਹਾਡੇ ਕੋਲ ਡਿਫਰੈਂਟ cg ਕੋਐਫੀਸ਼ੀਐਂਟਸ ਤੁਹਾਡੇ ਇਹਦੇ ਬੁੱਕ ਦੇ ਵਿੱਚ ਲਿਖੇ ਹੋਏ ਆ। ਸੋ ਤੁਸੀਂ ਇਹਨਾਂ ਨੂੰ ਸਟੱਡੀ ਕਰ ਸਕਦੇ ਹੋ। ਸੋ ਇੱਕ ਵਾਰੀ ਤੁਹਾਨੂੰ ਖੁਦ ਹੀ ਇਹਨੂੰ ਪ੍ਰੋਪਰਲੀ ਸਟੱਡੀ ਕਰਨਾ ਪਏਗਾ। ਤੇ ਸਾਰੇ ਟੇਬਲ ਬੇਟਾ ਦਿੱਤੇ ਹੋਏ ਬੁੱਕ ਦੇ ਵਿੱਚ। ਠੀਕ ਹੈ ਜੀ। ਤੇ ਸਾਰੀਆਂ ਟਰਮਸ ਦਿੱਤੀਆਂ ਨੇ ਟੇਬਲ ਹੁਣ ਟੇਬਲ ਹੀ ਬੇਟਾ ਚੱਲ ਰਿਹਾ। ਸੋ j = 2 j = 3 ਦੇ ਕੋਰਸਪੋਂਡਿੰਗ ਕਿੰਨੇ ਆਣਗੇ। ਸੋ ਇਹਦੇ ਨਾਲ ਬੇਟਾ ਅੱਜ ਦਾ ਲੈਕਚਰ ਆਪਾਂ ਇੱਥੇ ਰੁਕਦੇ ਹਾਂ। ਨੈਕਸਟ ਟਾਈਮ ਆਪਾਂ ਰॉय ਐਂਡ ਨਿਗਮ ਦੇ ਵਿੱਚ ਕਿਹੜੀ ਚੀਜ਼ ਲਿਖੀ ਹੋਈ ਹੈ ਕਿਸ ਤਰ੍ਹਾਂ ਲਿਖੀ ਹੋਈ ਹੈ ਉਹ ਆਪਾਂ ਡਿਸਕਸ ਕਰਾਂਗੇ। ਸੋ ਐਮਕੇ ਪੌਲ ਦੇ ਬੁੱਕ ਦੇ ਅਕੋਰਡਿੰਗ ਐਂਡ ਜਿਹੜਾ ਤੁਹਾਡੇ ਕੋਲ ਪ੍ਰੀਵੀਅਸ ਕੁਐਸਚਨ ਪੇਪਰਸ ਹੈ ਉਹਨਾਂ ਦੇ ਅਕੋਰਡਿੰਗ ਤੁਸੀਂ ਇਸ ਸਿਲੇਬਸ ਨੂੰ ਤਿਆਰ ਕਰਨਾ। ठीक है जी। सो थैंक यू वेरी मच। अगर कोई डाउट्स वगैरह है तो